Lesson 4th, The Giving Tree. ਸੋ ਆਓ ਇਸ ਲੈਸਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਪ੍ਰੀ ਰੀਡਿੰਗ ਕਰੀਏ। ਪ੍ਰੀ ਹੁੰਦਾ ਪਹਿਲਾਂ, ਰੀਡਿੰਗ ਯਾਨੀ ਪੜ੍ਹਨ ਤੋਂ ਪਹਿਲਾਂ। ਸੋ ਇਸ ਲੈਸਨ ਨੂੰ ਪੜ੍ਹਨ ਤੋਂ ਪਹਿਲਾਂ ਸਾਨੂੰ ਕੁਝ ਪ੍ਰੀ ਰੀਡਿੰਗ ਕਰ ਲੈਣੀ ਚਾਹੀਦੀ ਹੈ ਤਾਂ ਕਿ ਸਾਨੂੰ ਲੈਸਨ ਪੜ੍ਹਨ 'ਚ ਕੋਈ ਦਿੱਕਤ ਨਾ ਆਵੇ। ਸੋ ਆਪਾਂ ਕੀ ਪੜ੍ਹਾਂਗੇ, ਆਪਾਂ ਦੇਖਦੇ ਹਾਂ ਐਕਟੀਵਿਟੀ 1 ਵਿੱਚ। ਫਸਟ ਹੈ ਆਪਾਂ ਇਹਦੇ 'ਚ ਦੇਖਾਂਗੇ ਮੀਨਿੰਗ ਆਫ ਦਾ ਵਰਡ ਐਜ਼ ਯੂਜ਼ਡ ਇਨ ਦਾ ਲੈਸਨ। ਸੋ ਆਪਾਂ ਉਹਨਾਂ ਵਰਡਸ ਦੇ ਮੀਨਿੰਗ ਦੇਖਾਂਗੇ ਜੋ ਇਸ ਲੈਸਨ ਵਿੱਚ ਐਡਜੈਕਟਿਵ, ਨਾउन ਜਾਂ ਵਰਬ ਦੇ ਤੌਰ ਤੇ ਆਏ ਹਨ। ਸੈਕੰਡ ਕੀ ਦੇਖਾਂਗੇ, ਪ੍ਰੋਨਾਂਸੀਏਸ਼ਨ, ਇਹਨਾਂ ਦਾ ਉਚਾਰਨ ਕਿੱਦਾਂ ਕਰਨਾ ਹੈ, ਇੰਗਲਿਸ਼ ਵਿੱਚ ਇਹਨੂੰ ਬੋਲਣਾ ਕਿੱਦਾਂ। ਥਰਡ, ਸਪੈਲਿੰਗਸ, ਇਹਨਾਂ ਦੇ ਸਪੈਲਿੰਗਸ ਦੇਖਾਂਗੇ ਵੀ ਇਹ ਲਿਖਣੇ ਕਿੱਦਾਂ ਹਨ। ਸੋ ਸਭ ਤੋਂ ਪਹਿਲਾ ਵਰਡ ਹੈ ਸਵਿੰਗ। ਸਵਿੰਗ ਹੁੰਦਾ ਝੂਲਣਾ, ਓਕੇ। ਟਰੰਕ, ਟਰੰਕ ਦੇ ਤਾਂ ਕਈ ਮਤਲਬ ਹੈ ਹਨਾ, ਘਰ 'ਚ ਵੀ ਟਰੰਕ ਹੁੰਦਾ, ਪਰ ਇੱਥੇ ਟਰੰਕ ਦਾ ਮਤਲਬ ਹੈ ਤਣਾ। ਜੋ ਇੱਕ ਟਰੀ ਦਾ ਤਣਾ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਟਰੰਕ। ਨੈਕਸਟ ਹੈ ਬ੍ਰਾਂਚਿਸ। ਬ੍ਰਾਂਚਿਸ ਕੀ ਹੁੰਦਾ ਹੈ, ਸ਼ਾਖਾਵਾਂ, ਟਾਹਣੀਆਂ, ਓਕੇ। ਬਿਜ਼ਨਸ, ਬਿਜ਼ਨਸ ਹੁੰਦਾ ਕੰਮ। ਨੈਕਸਟ ਹੈ ਸੇਲ, SAIL। ਇਹ ਉਹ ਸੇਲ ਨਹੀਂ ਹੈ ਜੋ ਬਾਜ਼ਾਰਾਂ 'ਚ ਲੱਗੀ ਹੁੰਦੀ ਹੈ, ਉਹ SALE ਹੁੰਦਾ, ਓਕੇ। ਇਹ ਸੇਲ ਹੈ। ਵੈਸੇ ਸੇਲ ਦਾ ਮਤਲਬ ਹੁੰਦਾ ਪਾਣੀ ਵਿੱਚ ਯਾਤਰਾ ਕਰਨੀ। ਜਿਵੇਂ ਤੁਸੀਂ बोट ते जा रहे हो, शिप ते जा रहे हो, तो मतलब की है यू आर सेलिंग अक्रॉस द रिवर, ओके। सो पानी में यात्रा करनी उन्होंने कहते सेल। पर फिर भी आप इस लैसन देखांगे कि सेल का इत्थे की मतलब है, ओके। रिसोर्स, रिसोर्स होंदे ने स्रोत। कोई भी चीज़ कित्थों उत्पन्न होंदी है, बनती है, वो उस चीज़ का की होंदा है, रिसोर्स। Okay, now let's read the story. Once there was a tree and she loved a little boy. So tree ਨੂੰ ਇਹਨਾਂ ਨੇ ਕਿਹੜਾ ਜੈਂਡਰ ਬਣਾਇਆ, ਫੈਮਿਨਨ, ਯਾਨੀ ਇਸਤਰੀਲਿੰਗ। ਇੱਕ ਵਾਰ ਦੀ ਗੱਲ ਹੈ ਕਿ ਇੱਕ ਟਰੀ ਸੀ and she loved a little boy. ਉਹ ਇੱਕ ਛੋਟੇ ਬॉय ਨੂੰ ਪਿਆਰ ਕਰਦਾ ਸੀ। ਸੋ ਆਪਾਂ ਜਿੱਦਾਂ ਕਹਿੰਦੇ ਆ ਕਿ ਇਹ ਦਰਖਤ ਮੇਰਾ ਹੈ, ਹਨਾ। ਸੋ ਆਪਾਂ ਆਪਣੀ ਲੈਂਗੁਏਜ ਵਿੱਚ ਦਰਖਤ ਨੂੰ ਕੀ ਬਣਾਇਆ ਹੋਇਆ, ਪੁਲਿੰਗ, ਮਤਲਬ ਕਿ ਆਪਾਂ ਇਸ ਨੂੰ ਪੁਰਸ਼ ਮੰਨਦੇ ਹਾਂ। ਪਰ ਇੰਗਲਿਸ਼ ਲੈਂਗੁਏਜ ਵਿੱਚ ਇਸ ਨੂੰ ਕੀ ਬਣਾਇਆ ਹੋਇਆ, ਸ਼ੀ, ਯਾਨੀ ਕਿਹੜਾ ਜੈਂਡਰ, ਫੈਮਿਨਨ ਜੈਂਡਰ, ਓਕੇ। ਸੋ ਦੁਬਾਰਾ ਪੜ੍ਹਦੇ ਹਾਂ। ਵਨਸ देयर वाज अ ट्री, ਇੱਕ ਵਾਰ ਇੱਕ ਦਰਖਤ ਸੀ, ਐਂਡ ਸ਼ੀ ਲਵਡ ਅ ਲਿਟਲ ਬॉय, ਅਤੇ ਉਹ ਛੋਟੇ ਲੜਕੇ ਨੂੰ ਪਿਆਰ ਕਰਦਾ ਸੀ। ਐਵਰੀ ਡੇ the boy would come, हर रोज लड़का आंदा, eat apples, एप्पल्स खांदा, and play with her, ਅਤੇ ਉਸ ਨਾਲ ਖੇਡਦਾ। he would swing from her branches, ਉਹ ਉਸ ਦੀਆਂ branches ਯਾਨੀ ਟਾਹਣੀਆਂ ਤੇ ਝੂਲਦਾ, and eat apples, ਅਤੇ ਐਪਲਸ ਖਾਂਦਾ। the boy loved the tree very much, ਲੜਕਾ ਟਰੀ ਨੂੰ ਬਹੁਤ ਪਿਆਰ ਕਰਦਾ ਸੀ। ਐਂਡ ਦ ਟਰੀ ਵਾਜ਼ ਵੈਰੀ ਹੈਪੀ, ਅਤੇ ਟਰੀ ਵੀ ਬੜਾ ਖੁਸ਼ ਸੀ। ਦ ਟਾਈਮ ਵੈਂਟ ਬਾਏ, ਸਮਾਂ ਬੀਤਦਾ ਗਿਆ। ਦ ਬॉय ਗ੍ਰਿਊ ਓਲਡਰ, ਲੜਕਾ ਵੱਡਾ ਹੋ ਗਿਆ। ਦ ਟਰੀ ਵਾਜ਼ ਓਫਨ ਅਲੋਨ, ਹੁਣ ਦਰਖਤ ਅਕਸਰ ਇਕੱਲਾ ਰਹਿੰਦਾ ਸੀ। ਵਨ ਡੇ ਦ ਬॉय ਕੇਮ ਟੂ ਦ ਟਰੀ, ਇੱਕ ਦਿਨ ਉਹ ਲੜਕਾ ਦਰਖਤ ਕੋਲ ਆਇਆ। ਦ ਟਰੀ ਸੈਡ, ਉਸ ਰੁੱਖ ਨੇ ਕਿਹਾ, ਕਮ ਬॉय ਕਮ, ਆਓ ਲੜਕੇ ਆਓ। ਕਲਾਈਂਬ ਅਪ ਮਾਈ ਟਰੰਕ, ਮੇਰੇ ਤਣੇ ਤੇ ਚੜੋ। ਸਵਿੰਗ ਫਰੋਮ ਮਾਈ ਬ੍ਰਾਂਚਿਸ, ਮੇਰੀਆਂ ਟਾਹਣੀਆਂ ਤੋਂ ਝੂਲੋ। ਈਟ ਐਪਲਸ ਐਂਡ ਬੀ ਹੈਪੀ, ਸੇਬ ਖਾਓ ਅਤੇ ਖੁਸ਼ ਰਹੋ। ਆਈ ਐਮ ਟੂ ਬਿਗ ਟੂ ਕਲਾਈਂਬ ਐਂਡ ਪਲੇ, ਸੈਡ ਦਾ ਬॉय, ਲੜਕੇ ਨੇ ਕਿਹਾ ਮੈਂ ਤਾਂ ਹੁਣ ਦਰਖਤ ਤੇ ਚੜਨ ਲਈ ਤੇ ਤੇਰੇ ਨਾਲ ਖੇਡਣ ਲਈ ਬਹੁਤ ਵੱਡਾ ਹੋ ਗਿਆ। ਆਈ ਵਾਂਟ ਸਮ ਮਨੀ ਟੂ ਬਾਏ ਥਿੰਗਸ ਐਂਡ ਹੈਵ ਫਨ, ਮੈਨੂੰ ਤਾਂ ਹੁਣ ਕੁਝ ਪੈਸਾ ਚਾਹੀਦਾ ਤਾਂ ਕਿ ਮੈਂ ਕੁਝ ਚੀਜ਼ਾਂ ਖਰੀਦ ਸਕਾਂ ਅਤੇ ਆਨੰਦ ਲੈ ਸਕਾਂ। ਮੈਨੂੰ ਹੁਣ ਆਨੰਦ ਤੇਰੇ ਨਾਲ ਖੇਡ ਕੇ ਨਹੀਂ ਬਲਕਿ ਪੈਸੇ ਕਮਾ ਕੇ ਮਿਲਦਾ, ਹਨਾ। ਉਹ ਇਹ ਕਹਿਣਾ ਚਾਹੁੰਦਾ ਸੀ। ਕੈਨ ਯੂ ਗਿਵ ਮੀ ਸਮ ਮਨੀ, ਕੀ ਤੂੰ ਮੈਨੂੰ ਕੁਝ ਪੈਸਾ ਦੇ ਸਕਦਾ ਹੈ। ਦ ਟਰੀ ਸੈਡ, I have no money, ट्री ने कहा मेरे कोल तो कोई पैसा नहीं है, बट यू कैन टेक माई एप्पल्स, पर तू मेरे सेब लै सकता है, एंड सैल दैम इन द सिटी, उन्होंने तू शहर विच वेच सकता है। दैन यू विल हैव सम मनी एंड यू विल बी हैप्पी, फिर तेरे कोल कुछ पैसा हो जाएगा तो तू खुश हो जाएगा। द बॉय डिड सो एंड वेंट अवे, लड़के ने इदा ही किया अते चला गया। द ट्री वॉज हैप्पी,
ਹੁਣ ਟਰੀ ਖੁਸ਼ ਸੀ। ਦ ਬॉय ਡਿਡ ਨੋਟ ਕਮ ਬੈਕ ਫॉर ਅ ਲੌਂਗ ਟਾਈਮ। ਪਰ ਜਿਹੜਾ ਬॉय ਸੀ ਉਹ ਬਹੁਤ ਦੇਰ ਵਾਪਸ ਹੀ ਨਹੀਂ ਆਇਆ। ਦ ਟਰੀ ਵਾਜ਼ ਸੈਡ। ਟਰੀ ਉਦਾਸ ਸੀ। ਵਨ ਡੇ ਦ ਬॉय ਕੇਮ ਬੈਕ। ਇੱਕ ਦਿਨ ਲੜਕਾ ਦੁਬਾਰਾ ਆਇਆ। ਦ ਟਰੀ ਸੈਡ ਵਿਦ ਜॉय। ਟਰੀ ਨੇ ਖੁਸ਼ੀ ਖੁਸ਼ੀ ਕਿਹਾ, ਕਮ ਬॉय ਕਮ, climb up my trunk, swing from my branches, eat apples and be happy। ਤੇ ਟਰੀ ਨੇ ਉਹ ਸਾਰਾ ਕੁਝ ਦੁਬਾਰਾ ਬੋਲਿਆ ਕਿ ਆਓ ਲੜਕੇ ਆਓ, ਮੇਰੇ ਤਣੇ ਤੇ ਚੜ ਜਾਓ, ਮੇਰੀਆਂ ਟਾਹਣੀਆਂ ਤੇ ਝੂਲੋ, ਐਪਲ ਖਾਓ ਤੇ ਮौज ਮਨਾਓ। I am too busy to climb trees, said the boy। ਬॉय ਨੇ ਕਿਹਾ, ਦਰਖਤਾਂ ਤੇ ਚੜਾ, ਮੈਂ ਬਹੁਤ ਬਿਜ਼ੀ ਹਾਂ। I want to get married। ਮੈਂ ਹੁਣ ਵਿਆਹ ਕਰਾਉਣਾ ਚਾਹੁੰਦਾ ਹਾਂ। I need a house। ਮੈਨੂੰ ਇੱਕ ਘਰ ਦੀ ਲੋੜ ਹੈ। Can you give me a house? ਕੀ ਤੂੰ ਮੈਨੂੰ ਘਰ ਦੇ ਸਕਦਾ ਹੈ? The tree said, You may cut off my branches। ਤੂੰ ਮੇਰੀਆਂ ਟਾਹਣੀਆਂ ਕੱਟ ਸਕਦਾ ਹੈ। Build a house and be happy। ਘਰ ਬਣਾ ਲਓ ਅਤੇ ਖੁਸ਼ ਰਹੋ। The boy cut off her branches। ਲੜਕੇ ਨੇ ਉਸ ਦੀਆਂ ਟਾਹਣੀਆਂ ਕੱਟ ਲਈਆਂ ਐਂਡ ਕੈਰੀਡ them away। ਅਤੇ ਉਹਨਾਂ ਨੂੰ ਲੈ ਗਿਆ। ਕਾਹਦੇ ਵਾਸਤੇ ਲੈ ਗਿਆ? to build his house। ਆਪਣਾ ਘਰ ਬਣਾਉਣ ਲਈ। the tree was happy। ਟਰੀ ਖੁਸ਼ ਸੀ ਮਦਦ ਕਰਕੇ। The boy again stayed away for a long time। ਉਹ ਲੜਕਾ ਫਿਰ ਉਸ ਦਰਖਤ ਤੋਂ ਬਹੁਤ ਦੇਰ ਤੱਕ ਦੂਰ ਰਿਹਾ। One day he came back। ਇੱਕ ਦਿਨ ਉਹ ਫਿਰ ਵਾਪਸ ਆਇਆ। The tree was very happy and said। ਟਰੀ ਫਿਰ ਖੁਸ਼ ਹੋ ਗਿਆ ਸੀ ਤੇ ਉਹਨੇ ਕਿਹਾ, Come boy come, climb up my trunk, swing from my branches, eat apples and be happy। आओ लड़के आओ, मेरे तने ते चढ़ जाओ, मेरियां टाहणियां ते झूलो, सेब खाओ ते खुशी मनाओ। The boy said, I'm too sad to play। ਮੈਂ ਤਾਂ ਬਹੁਤ ਉਦਾਸ ਹਾਂ ਤੇ ਮੈਂ ਨਹੀਂ ਖੇਡ ਸਕਦਾ। I want to go to another city for business। ਮੈਨੂੰ ਤਾਂ ਹੁਣ ਆਪਣਾ ਵਪਾਰ ਕਰਨ ਲਈ ਦੂਜੇ ਸ਼ਹਿਰ ਜਾਣਾ ਪੈਣਾ ਹੈ। Can you give me a boat that will take me away to another city? ਕੀ ਤੂੰ ਮੈਨੂੰ ਇੱਕ ਕਿਸ਼ਤੀ ਦੇ ਸਕਦਾ ਜਿਹੜੀ ਮੈਨੂੰ ਦੂਜੇ ਸ਼ਹਿਰ ਲੈ ਜਾਵੇ? The tree said, Cut down my trunk and make a boat। ਟਰੀ ਨੇ ਕਿਹਾ, ਠੀਕ ਹੈ, ਤੂੰ ਮੇਰਾ ਟਰੰਕ ਯਾਨੀ ਮੇਰਾ ਤਣਾ ਵੱਢ ਦੇ ਅਤੇ ਇੱਕ ਬੋਟ ਬਣਾ ਲੈ। then you can sail away and be happy। so sail ਦਾ ਕੀ ਮਤਲਬ ਹੋ ਗਿਆ? ਜਲ ਯਾਤਰਾ। ਓਕੇ, ਸੋ ਟਰੀ ਕਹਿੰਦਾ ਜਦੋਂ ਤੂੰ ਮੇਰਾ ਤਣਾ ਵੱਢ ਕੇ ਬੋਟ ਬਣਾ ਲੇਗਾ ਤਾਂ ਫਿਰ ਤੂੰ ਜਲ ਯਾਤਰਾ ਕਰ ਸਕੇਗਾ ਤੇ ਖੁਸ਼ ਹੋ ਜਾਏਗਾ। the boy did so and sailed away। ਲੜਕੇ ਨੇ ਏਦਾਂ ਹੀ ਕੀਤਾ ਅਤੇ ਜਲ ਯਾਤਰਾ ਕਰਦੇ ਹੋਏ ਦੂਰ ਨਿਕਲ ਗਿਆ। the tree was very happy but not really। ਟਰੀ ਬਹੁਤ ਖੁਸ਼ ਸੀ ਪਰ ਇੰਨਾ ਵੀ ਨਹੀਂ। after a long time, ਬਹੁਤ ਲੰਬੇ ਟਾਈਮ ਬਾਅਦ, the boy who was now an old man came back again। ਬਹੁਤ ਲੰਬੇ ਸਮੇਂ ਬਾਅਦ ਉਹ ਲੜਕਾ ਜਿਹੜਾ ਕਿ ਹੁਣ ਬਜ਼ੁਰਗ ਹੋ ਚੁੱਕਿਆ ਸੀ ਦੁਬਾਰਾ ਉਸ ਦਰਖਤ ਕੋਲ ਆਇਆ। I am sorry boy, I have nothing to give you। ਕਿ ਲੜਕੇ ਮੈਂ ਤੇਰੇ ਤੋਂ ਸੌਰੀ ਮੰਗਦਾ ਹਾਂ, ਮੇਰੇ ਕੋਲ ਤਾਂ ਹੁਣ ਤੈਨੂੰ ਦੇਣ ਲਈ ਕੁਝ ਵੀ ਨਹੀਂ। said the tree। ਉਸ ਟਰੀ ਨੇ ਕਿਹਾ, I wish I could give you something। ਉਸ ਦਰਖਤ ਨੇ ਕਿਹਾ, ਪਰ ਕਾਸ਼ ਮੈਂ ਤੈਨੂੰ ਕੁਝ ਦੇ ਸਕਦਾ। I'm just an old stump। ਸਟੰਪ ਹੁੰਦਾ ਟੁਕੜਾ, ਡੰਡਾ। ਓਕੇ, ਸੋ ਕਹਿੰਦਾ ਮੈਂ ਤਾਂ ਹੁਣ ਇੱਕ ਪੁਰਾਣਾ ਜਿਹਾ ਟੁਕੜਾ ਹੀ ਹਾਂ, ਪੁਰਾਣਾ ਜਿਹਾ ਡੰਡਾ ਹੀ ਹਾਂ, ਇਸ ਤੋਂ ਵੱਧ ਹੋਰ ਕੁਝ ਨਹੀਂ। I don't need anything now। ਹੁਣ ਬਜ਼ੁਰਗ ਨੇ ਕਿਹਾ ਕਿ ਮੈਨੂੰ ਹੁਣ ਕੋਈ ਚੀਜ਼ ਨਹੀਂ ਚਾਹੀਦੀ। I just want a quiet place to sit and rest। ਮੈਨੂੰ ਤਾਂ ਹੁਣ ਇੱਕ ਸ਼ਾਂਤ ਜਗ੍ਹਾ ਚਾਹੀਦੀ ਹੈ ਜਿੱਥੇ ਮੈਂ ਬੈਠ ਸਕਾਂ ਤੇ ਆਰਾਮ ਕਰ ਸਕਾਂ। I am very tired। ਮੈਂ ਬਹੁਤ ਥੱਕ ਗਿਆ ਹਾਂ। said the boy। ਲੜਕੇ ਨੇ ਕਿਹਾ, well, an old stump is good for sitting and resting।
फिर ट्री ने कहा कि अच्छा फिर तो ठीक है, ओल्ड स्टंप जो कि मैं हाँ वो तो बहुत वधिया है बैठण लई अते आराम करन लई। कम बॉय, आओ लड़के, सिट डाउन एंड रेस्ट, बैठ जाओ अते आराम करो। द बॉय सैट ऑन द स्टंप टू रेस्ट एंड द ट्री वाज वेरी हैप्पी। ਉਹ ਬਜ਼ੁਰਗ ਲੜਕਾ ਬੈਠ ਗਿਆ ਰੈਸਟ ਕਰਨ ਲਈ ਅਤੇ ਹੁਣ ਦਰਖਤ ਬਹੁਤ ਖੁਸ਼ ਸੀ। ਸੋ ਇਟ ਇਜ਼ ਅ ਵੈਰੀ ਗੁੱਡ ਸਟੋਰੀ ਨਰੇਟਡ ਬਾਈ ਸ਼ੇਲ ਸਿਲਵਸਟੇਨ। ਸੋ ਦੇਖਿਆ ਬੱਚੋ, ਰੁੱਖ ਸਾਨੂੰ ਕਿੰਨਾ ਕੁਝ ਦਿੰਦੇ ਹਨ। ਸਾਡੇ ਪੰਜਾਬੀ ਦੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜੀ ਨੇ ਵੀ ਰੁੱਖਾਂ ਬਾਰੇ ਬਹੁਤ ਸੋਹਣਾ ਲਿਖਿਆ। ਉਹ ਕਹਿੰਦੇ ਹਨ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੇ ਬਾਬੇ ਵਾਂਗਣ ਪੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ, ਕੁਝ ਰੁੱਖ ਯਾਰਾਂ ਵਰਗੇ ਲੱਗਦੇ ਚੁੰਮਾਂ ਤੇ ਗੱਲ ਲਾਵਾਂ, ਇੱਕ ਮੇਰੀ ਮਹਿਬੂਬਾ ਵਾਂਗਣ ਮਿੱਠਾ ਅਤੇ ਦੁਖਾਵਾਂ, ਕੁਝ ਰੁੱਖ ਮੇਰਾ ਦਿਲ ਕਰਦਾ ਹੈ ਮੋਢੇ ਚੁੱਕ ਖਿਡਾਵਾਂ, ਕੁਝ ਰੁੱਖ ਮੇਰਾ ਦਿਲ ਕਰਦਾ ਹੈ ਚੁੰਮਾਂ ਤੇ ਮਰ ਜਾਵਾਂ, ਕੁਝ ਰੁੱਖ ਜਦ ਵੀ ਰਲ ਕੇ ਝੂਮਣ ਤੇਜ਼ ਵਗਣ ਜਦ ਵਾਵਾਂ, ਸਾਵੀ ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾਂ, ਮੇਰਾ ਵੀ ਇਹ ਦਿਲ ਕਰਦਾ ਹੈ ਰੁੱਖ ਦੀ ਜੂਨੇ ਆਵਾਂ, ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ, ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਣ ਰੁੱਖਾਂ ਦੀਆਂ ਛਾਵਾਂ। I hope you have enjoyed your lesson number 4, the giving tree, thoroughly. So let's do after that post reading. post reading ਦਾ ਮਤਲਬ ਜੋ ਅਸੀਂ ਲੈਸਨ ਰੀਡ ਕਰਨ ਤੋਂ ਬਾਅਦ ਕਰਨੀ ਹੈ, ਕਿ ਅਸੀਂ ਹੁਣ ਦੇਖਣਾ ਹੈ ਕਿ ਅਸੀਂ ਇਸ ਲੈਸਨ ਤੋਂ ਕੀ ਕੁਝ ਹੋਰ ਸਿੱਖ ਸਕਦੇ ਹਾਂ। ਠੀਕ, ਸੋ ਲੈਟਸ ਡੂ ਐਕਟੀਵਿਟੀ ਨੰਬਰ 2, ਰੀਡ ਦਾ ਫੋਲੋਇੰਗ ਫਰੇਜ਼ਸ। ਸੋ ਫਰੇਜ਼ ਹੁੰਦੇ ਨੇ ਕੁਝ ਸ਼ਬਦਾਂ ਦਾ ਸਮੂਹ, ਯਾਨੀ 2 ਜਾਂ 3 ਸ਼ਬਦ ਮਿਲ ਕੇ ਕੋਈ ਗੱਲ ਨੂੰ ਸਾਰਥਕ ਕਰਦੇ ਨੇ, ਉਹਨੂੰ ਆਪਾਂ ਕਹਿੰਦੇ ਆ ਫਰੇਜ਼। Okay, so read the following phrases, find out their meaning by reading the story again, write 2 meaningful sentences using each phrase. So ਇਹਨਾਂ ਦੇ ਆਪਾਂ meaning ਦੇਖਣੇ ਨੇ ਤੇ ਇਹਨਾਂ ਦੇ 2 meaningful sentence ਵੀ ਬਣਾਉਣੇ ਨੇ। ਠੀਕ, ਸੋ ਪਹਿਲਾਂ ਤਾਂ ਆਊਗਾ climb up। climb up ਦਾ meaning ਕਿਸੇ ਵੀ ਚੀਜ਼ ਦੇ ਉੱਪਰ ਚੜਨਾ, climb up the trees। okay, climb up the wall। लो ये तो 2 सेंटेंस भी बन गए। सो फर्स्ट की होया, I climb up the trees। सेकंड, you climb up the wall। ओके, सेकंड, cut off। cut off मतलब ਕਿਸੇ ਜਗ੍ਹਾ ਤੋਂ ਕਿਸੇ ਚੀਜ਼ ਨੂੰ ਕੱਟ ਕੇ ਅਲੱਗ-ਅਲੱਗ ਕਰ ਦੇਣਾ, ਉਹਨੂੰ ਕਹਿੰਦੇ cut off। ਵੈਸੇ ਤਾਂ cut off ਤੇ ਬਹੁਤ ਜ਼ਿਆਦਾ ਮਤਲਬ ਹੈ। ਇਹ ਕੱਪੜਿਆਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਕਿ ਉਸਨੇ cut off ਜੀਨ ਪਹਿਨੀ ਹੈ। ਠੀਕ ਹੈ, फिर अगर की बनेगा, he has worn। worn मतलब पहनी हुई है। ठीक है, wear फर्स्ट फॉर्म, wore सेकंड फॉर्म, worn थर्ड फॉर्म। he has worn cut off jeans। okay, next, cut down। so एक ਆਪਾਂ cut down ਦਾ meaning ਲੈਣੇ ਆਪਣੀ टेक्स्ट बुक ਵਿੱਚੋਂ कि I cut down the tree outside my home, या I cut down the tree outside my office, I cut down the tree outside my school। okay, ਇੱਕ ਕੱਟ ਡਾਊਨ ਦਾ ਮੀਨਿੰਗ ਹੁੰਦਾ ਕਿਸੇ ਚੀਜ਼ ਨੂੰ ਕੱਟ ਕਰ ਦੇਣਾ, ਸਪੈਸ਼ਲੀ ਜਦੋਂ ਉਹ ਚੀਜ਼ ਸਿਹਤ ਲਈ ਮਾੜੀ ਹੋਵੇ, ਵੀ ਮੈਂ ਆਹ ਚੀਜ਼ ਹੁਣ ਕੱਟ ਕਰ ਰਿਹਾ। ਓਕੇ, ਸੋ ਉੱਥੇ ਵੀ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਕੱਟ ਡਾਊਨ, ਜਿੱਦਾਂ ਕਿ I am trying, ਮੈਂ ਕੋਸ਼ਿਸ਼ ਕਰ ਰਿਹਾ ਹਾਂ, to cut down, ਕੱਟ ਕਰਨ ਦੀ। ਕਿਹੜੀ ਚੀਜ਼? cut down on sugar this month। okay, ਮੈਂ ਸ਼ੂਗਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਘੱਟ ਕੰਜ਼ਿਊਮ ਕਰਾਂਗਾ ਸ਼ੂਗਰ। ਸਟੇ ਅਵੇ। ਸਟੇ ਅਵੇ ਦਾ ਮਤਲਬ ਹੁੰਦਾ ਦੂਰ ਰਹਿਣਾ। ਸੋ ਇੱਕ ਤਾਂ ਇੱਥੋਂ ਹੀ ਮੀਨਿੰਗ ਆਪਾਂ ਟੈਕਸਟ ਬੁੱਕ ਚੋਂ ਚੱਕ ਲੈਂਦੇ ਆ। ਠੀਕ ਹੈ, ਦ ਬॉय ਸਟੇਡ ਅਵੇ ਫॉर ਅ ਲੌਂਗ ਟਾਈਮ। ਸੋ ਸਟੇਡ ਕੀ ਹੋ ਗਿਆ? ਸੈਕਿੰਡ ਫਾਰਮ ਹੋ ਗਈ। ਸਟੇ ਹੁੰਦਾ ਰਹਿਣਾ, ਅਵੇ ਯਾਨੀ ਦੂਰ, ਕਿਸੇ ਚੀਜ਼ ਤੋਂ ਦੂਰ ਰਹਿਣਾ। ਸਟੇਡ ਅਵੇ ਕਿਸੇ ਚੀਜ਼ ਤੋਂ ਦੂਰ ਰਿਹਾ। ਓਕੇ, ਪਾਸਟ। ਜਾਂ ਤੁਸੀਂ ਸੈਕਿੰਡ ਬਣਾ ਸਕਦੇ ਹੋ, ਸਟੇ ਅਵੇ ਫਰੋਮ ਮੀ, ਮੇਰੇ ਤੋਂ ਦੂਰ ਰਹੋ। ਓਕੇ, ਸੋ ਨੈਕਸਟ ਹੈ ਟੇਕ ਅਵੇ। ਟੇਕ ਅਵੇ ਹੁੰਦਾ ਦੂਰ ਲੈ ਜਾਣਾ ਉਸ ਜਗ੍ਹਾ ਤੋਂ। ਓਕੇ, ਸੋ ਇੱਕ ਸੈਂਟੈਂਸ ਤਾਂ ਆਪਾਂ ਇਹਦੇ ਵਿੱਚੋਂ ਲੱਭ ਲੈਂਦੇ ਆ। ਜਦੋਂ ਬॉय ਟਰੀ ਤੋਂ ਬੋਟ ਮੰਗਣ ਆਇਆ ਸੀ ਤਾਂ ਉਹਨੇ ਕਿਹੜਾ ਸੈਂਟੈਂਸ ਬੋਲਿਆ ਸੀ?
can you give me a boat that will take me away to another city? Okay, ਹੁਣ ਇਹਦਾ ਛੋਟਾ ਬਣਾ ਲਓ, take me away to another city, ਕਿ ਮੈਨੂੰ ਦੂਸਰੀ ਸਿਟੀ ਲੈ ਜਾਓ। ਦੂਸਰਾ ਆਪਾਂ ਇੱਕ ਹੋਰ ਬਣਾ ਲੈਂਦੇ ਹਾਂ ਸੈਂਟੈਂਸ। ਆਪਾਂ ਮੰਨ ਲਓ ਗੁਰਦੁਆਰੇ, ਮੰਦਿਰ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਈਏ, ਆਪਾਂ ਉੱਥੇ ਪ੍ਰੇ ਕਰਦੇ ਹਾਂ ਨਾ ਗੋਡ ਨੂੰ ਕਿ ਮੇਰੇ ਅੰਦਰ ਜਿਹੜੀਆਂ ਬੁਰੀਆਂ ਚੀਜ਼ਾਂ ਉਹ ਤੁਸੀਂ ਲੈ ਜਾਓ, ਮੇਰੇ ਅੰਦਰ ਚੰਗੀਆਂ ਚੀਜ਼ਾਂ ਪਾ ਦਿਓ, ਹਨਾ। ਫਿਰ ਤੁਸੀਂ ਇੱਥੇ ਕੀ ਕਹਿ ਸਕਦੇ ਹੋ? ਟੇਕ ਅਵੇ ਐਂਗਰ ਫਰੋਮ ਮੀ, ਟੇਕ ਅਵੇ ਬੈਡ ਥਿੰਗਸ ਫਰੋਮ ਮੀ। ਓਕੇ, ਸੋ ਇਦਾਂ ਦੇ ਸੈਂਟੈਂਸ ਤੁਸੀਂ ਆਪ ਬਣਾ ਸਕਦੇ ਹੋ। ਨੈਕਸਟ ਐਕਟੀਵਿਟੀ 3rd, ਸੋ ਇਹਦੇ ਵਿੱਚ ਆਪਾਂ ਕੁਐਸਚਨ ਆਨਸਰ ਕਰਾਂਗੇ, ਰੀਡ ਐਂਡ ਕੰਪਰੀਹੈਂਡ ਨੂੰ ਪੜਾਂਗੇ ਤੇ ਹੋਰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਲੈਸਨ ਨੂੰ। ਫਰਸਟ ਕੁਐਸਚਨ ਹੈ, ਡਿਡ ਦਾ ਬॉय ਲਵ ਦਾ ਟਰੀ ਵੈਨ ਹੀ ਵਾਜ਼ ਅ ਚਾਈਲਡ? ਕੀ ਬॉय ਟਰੀ ਨੂੰ ਲਵ ਕਰਦਾ ਸੀ ਜਦੋਂ ਉਹ ਛੋਟਾ ਸੀ? ਯੈਸ ਹੀ ਡਿਡ, ਹਾਂ ਉਹ ਕਰਦਾ ਸੀ। ਸੋ ਇਹ ਸੀ ਫਰਸਟ ਕੁਐਸਚਨ ਜੋ ਕਿ ਸੋਲਵ ਕਰ ਦਿੱਤਾ ਗਿਆ। ਹੁਣ ਆਪਾਂ ਸੈਕਿੰਡ ਤੇ ਆਉਂਦੇ ਹਾਂ। ਡਿਡ ਦਾ ਟਰੀ ਹੈਵ ਮਨੀ ਟੂ ਗਿਵ ਦਾ ਬॉय? ਸੋ ਦਾ ਕੀ ਜਵਾਬ ਆਏਗਾ? ਨੋ ਹੀ ਡਿਡ ਨੋਟ ਹੈਵ, ਕਿ ਉਹਦੇ ਕੋਲ ਕੋਈ ਮਨੀ ਨਹੀਂ ਸੀ। ਥਰਡ, ਡਿਡ ਦਾ ਬॉय ਵਾਂਟ ਟੂ ਗੋ ਟੂ ਅ ਨੀਅਰ ਬਾਈ ਵਿਲੇਜ? ਨੇੜੇ ਦੇ ਵਿਲੇਜ ਜਾਣਾ ਚਾਹੁੰਦਾ ਸੀ? ਨੋ, ਉਹ ਦੂਜੀ ਸਿਟੀ ਜਾਣਾ ਚਾਹੁੰਦਾ ਸੀ। ਫਿਰ ਇਹਦਾ ਜਵਾਬ ਕੀ ਆਏਗਾ? ਨੋ ਦਾ ਬॉय ਡਿਡ ਨੋਟ। ਫੋਰਥ, did the boy get married? ਕੀ ਲੜਕੇ ਦਾ ਵਿਆਹ ਹੋ ਗਿਆ ਸੀ? yes he did। fifth, did the tree allow the boy to sit down on the stump? ਅਖੀਰ ਵਿੱਚ ਟਰੀ ਨੇ ਉਹਨੂੰ ਅਲਾਉ ਕਰਤਾ ਸੀ ਕਿ ਉਹਦੇ ਸਟੰਪ ਤੇ ਬੈਠ ਜਾਵੇ? yes he did। okay, activity 4, answer the following questions। first, who would come and play with the tree? ਕੌਣ ਆਂਦਾ ਸੀ ਟਰੀ ਦੇ ਨਾਲ ਖੇਡਣ? ਸੋ ਹੂ ਪੁੱਛਿਆ ਨਾ, ਹੂ ਕੌਣ? ਕੌਣ ਸੀ? ਬॉय। ਸੋ ਹੂ ਦੀ ਜਗ੍ਹਾ ਕੀ ਲਿਖਾਂਗੇ? ਬॉय। ਬਾਕੀ ਸਾਰਾ ਆਨਸਰ ਸੇਮ, ਬॉय ਵੁੱਡ ਕਮ ਐਂਡ ਪਲੇ ਵਿਦ ਦਾ ਟਰੀ। ਸੈਕਿੰਡ ਕੁਐਸਚਨ 'ਚ ਫਿਰ ਹੂ ਆ ਗਿਆ। ਹੂ ਵਾਸ ਟੂ ਬਿਗ ਟੂ ਕਲਾਈਂਬ ਐਂਡ ਪਲੇ? ਹੁਣ ਕੌਣ ਵੱਡਾ ਹੋ ਗਿਆ ਸੀ ਕਿ ਉਹ ਚੜ ਵੀ ਨਹੀਂ ਸਕਦਾ ਸੀ ਤੇ ਖੇਡ ਵੀ ਨਹੀਂ ਸਕਦਾ ਸੀ? ਦਾ ਬॉय ਵਾਸ ਟੂ ਬਿਗ ਟੂ ਕਲਾਈਂਬ ਐਂਡ ਪਲੇ। ਅੱਗੇ ਛੋਟਾ ਸੀ ਤੇ ਫਟਾਫਟ ਟਾਹਣੀਆਂ ਤੇ ਚੜ ਜਾਂਦਾ ਸੀ, ਕਹਿੰਦਾ ਮੈਂ ਹੁਣ ਵੱਡਾ ਹੋ ਗਿਆ, ਹੁਣ ਮੇਰੇ ਕੋਲ ਟਾਹਣੀਆਂ ਤੇ ਨਹੀਂ ਚੜਿਆ ਜਾਂਦਾ। ਥਰਡ, ਵਾਈ ਡਿਡ ਦਾ ਬॉय ਵਾਂਟ ਅ ਬੋਟ? ਲੜਕਾ ਬੋਟ ਕਿਉਂ ਚਾਹੁੰਦਾ ਸੀ? ਇਹਦਾ ਕੀ ਜਵਾਬ ਆਏਗਾ? he wanted a boat to go to another city। fourth, why did the boy want to go to another city? ਲੜਕਾ ਦੂਜੇ ਸ਼ਹਿਰ ਕਿਉਂ ਜਾਣਾ ਚਾਹੁੰਦਾ ਸੀ? ਬਿਜ਼ਨਸ ਵਾਸਤੇ ਜਾਣਾ ਚਾਹੁੰਦਾ ਸੀ ਨਾ। ਫਿਰ ਇਹਦਾ ਕੀ ਜਵਾਬ ਆਏਗਾ? the boy wanted to go to another city for business। now the last one, what did the tree say in the end? ਅਖੀਰ ਵਿੱਚ ਟਰੀ ਨੇ ਕੀ ਕਿਹਾ? the tree said in the end, comma, inverted comma, begin, come, comma, boy, comma, sit down and rest, full stop, inverted commas, close। now next, fill in the blanks with the words given below। you can use each word twice if necessary। ਨੀਚੇ ਕੁਝ ਵਰਡਸ ਦਿੱਤੇ ਹੋਏ ਨੇ, ਉਹਨਾਂ ਨੂੰ ਆਪਾਂ ਚੂਜ਼ ਕਰਨਾ ਹੈ ਤੇ ਬਲੈਂਕਸ ਵਿੱਚ ਫਿਲ ਕਰਨਾ ਹੈ। ਓਕੇ, ਤੁਸੀਂ ਕੋਈ ਵੀ ਵਰਡ ਜਿਹੜਾ 2 ਵਾਰ ਵੀ ਵਰਤ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਇੱਥੇ ਵੀ ਇਹ ਵਰਡ ਸੂਟੇਬਲ ਹੈ, ਤੁਸੀਂ ਉੱਥੇ ਵੀ ਉਹ ਵਰਤ ਸਕਦੇ ਹੋ। ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਮੀਨਿੰਗ ਦੇਖੀਏ। ਸੇਲਡ ਕੀ ਦੱਸਿਆ ਸੀ? ਜਲ ਯਾਤਰਾ ਕੀਤੀ। ਟਰੀ ਰੁੱਖ। ਸਟੰਪ ਯਾਨੀ ਜੋ ਦਰਖਤ ਦਾ ਮੁੱਢ ਹੁੰਦਾ ਉਸ ਨੂੰ ਸਟੰਪ ਕਹਿੰਦੇ ਹਨ। ਗ੍ਰਿਊ यानी ਵੱਡਾ ਹੋ ਗਿਆ। हैप्पी खुश। क्लाइंब अप ऊपर चढ़ना। स्विंग झूले झूलना। हाउस घर। टायर्ड थक गया। एप्पल्स ਇਹਦਾ ਮੈਨੂੰ ਮਤਲਬ ਨਹੀਂ ਪਤਾ, ਇਹਦਾ ਮੈਨੂੰ ਤੁਸੀਂ ਦੱਸ ਦੇਣਾ। ਸੋ ਆਪਾਂ ਪੜ੍ਹੀਏ ਹੁਣ। once there was a boy and a tree। the boy played with the tree। the tree asked the boy to climb up and swing from her branches। fourth, the boy dash older। the boy grew older। fifth, the tree asked the boy to sell off apples to get money। the boy cut off the branches to make a
house. The boy made a boat from the trunk of the tree and sailed away. 8th, the tree was not happy. 9th, the boy came back to the tree. He said that he was tired. Oh, थक गया है. 10th, the boy sat on the stump to rest. Activity 6, give opposites of the given words in the given space. ਉਹਨਾਂ ਦੇ ਅਸੀਂ opposite ਲੱਭਣੇ ਆ. Happy, sad, give ਹੁੰਦਾ ਦੇਣਾ ਤੇ take ਲੈਣਾ. Sell ਹੁੰਦਾ ਵੇਚਣਾ ਤੇ ਖਰੀਦਣ ਦੀ ਕੀ ਹੋਏਗੀ? buy, buy. Come ਆਣਾ, go ਜਾਣਾ. Quiet ਚੁੱਪ. Noise ਸ਼ੋਰ. Climb up ਚੜਨਾ ਤੇ opposite ਕੀ ਹੋਗਾ? Climb up ਦੇ opposite ਕਈ ਹੋ ਸਕਦੇ ਨੇ, ਜਿੱਦਾਂ fall off ਨੀਚੇ ਗਿਰਨਾ, tumble down ਨੀਚੇ ਗਿਰਨਾ, move down, decline. ਸੋ ਕੋਈ ਵੀ ਤੁਸੀਂ ਜਿਹੜੇ ਆ ਜੋ ਤੁਹਾਨੂੰ ਸੌਖਾ ਲੱਗਦਾ ਹੈ ਜੋ ਚੂਜ਼ ਕਰਕੇ ਤੁਸੀਂ ਕਰ ਸਕਦੇ ਹੋ. Activity 7, add ed to the following words and write a meaningful sentence. ਸੋ ਹੁਣ ਆਪਾਂ ਆਉਣ ਵਾਲੇ words ਦੇ ਪਿੱਛੇ ed ਲਗਾਵਾਂਗੇ ਤਾਂ ਕਿ ਉਹ ਸੈਕਿੰਡ ਫਾਰਮ ਬਣ ਜਾਵੇ, ਪਾਸਟ ਟੈਂਸ ਬਣ ਜਾਵੇ. ਜਦੋਂ ਅਸੀਂ ਕੋਈ ਬੀਤੇ ਹੋਏ ਸਮੇਂ ਦੀ ਗੱਲ ਕਰਨੀ ਹੁੰਦੀ ਹੈ ਫਿਰ ਅਸੀਂ ਪਾਸਟ ਟੈਂਸ ਵਾਲੇ ਵਰਡਸ ਵਰਤਦੇ ਹਾਂ. ਸੋ ਆਓ ਦੇਖੀਏ ਕਿ ਆਪਾਂ ed ਲਗਾ ਕੇ ਕਿਸ ਤਰ੍ਹਾਂ ਉਹਨੂੰ ਪਾਸਟ ਟੈਂਸ ਵਾਲੇ ਬਣਾ ਸਕਦੇ ਹਾਂ. ਸੋ ਪਹਿਲਾ ਸੋਲਵ ਕੀਤਾ ਹੋਇਆ ਸਟੇ ਹੁੰਦਾ ਰਹਿਣਾ ਤੇ ਸਟੇਡ ਰਿਹਾ. I stayed in Jammu for a week. So आओ ਹੁਣ ਆਪਾਂ एग्जांपल्स ਆਪ ਕਰਦੇ ਹਾਂ. ਤਾਂ ਫਰਸਟ ਹੈ want, ਚਾਹੁੰਦਾ ਹਾਂ. ਸੈਕਿੰਡ ਫਾਰਮ ਕੀ ਹੋਏਗੀ? I wanted to go back. ਮੈਂ ਵਾਪਸ ਜਾਣਾ ਚਾਹਿਆ. ਸੈਕਿੰਡ climb, ਚੜਨਾ, climbed ਚੜਿਆ. He climbed up the tree. ਥਰਡ play, ਖੇਡਣਾ, played ਖੇਡਿਆ. I played football. Fourth sail ਕੀ ਹੁੰਦਾ ਹੈ? ਜਲ ਯਾਤਰਾ ਕਰਨੀ. ਸੋ ਇਹਦਾ ਕੀ ਬਣਾਈਏ? The sailor sailed the boat. rest ਹੁੰਦਾ ਆਰਾਮ ਕਰਨਾ ਤੇ rested ਆਰਾਮ ਕੀਤਾ. He rested in this house. ਨੈਕਸਟ ਲਰਨਿੰਗ ਲੈਂਗੁਏਜ. ਹੁਣ ਅਸੀਂ ਗ੍ਰਾਮਰ ਦੀ ਐਕਟੀਵਿਟੀਜ਼ ਕਰਦੇ ਹਾਂ. ਸਭ ਤੋਂ ਪਹਿਲਾਂ ਕੀ ਆਊਗਾ? ਪ੍ਰੋਨਾਊਨ. ਅ ਪ੍ਰੋਨਾਊਨ ਇਜ਼ ਅ ਵਰਡ ਯੂਜ਼ਡ ਇਨ ਪਲੇਸ ਆਫ ਅ ਨਾਊਨ. ਪ੍ਰੋਨਾਊਨ ਉਹ ਵਰਡ ਹੁੰਦਾ ਜਿਹੜਾ ਨਾਊਨ ਦੀ ਜਗ੍ਹਾ ਤੇ ਵਰਤਿਆ ਜਾਂਦਾ ਹੈ. ਜਿਵੇਂ ਮੈਂ ਕਹਿਣਾ ਹੋਵੇ ਕਿ ਰਾਮ ਬਹੁਤ ਵਧੀਆ ਬੱਚਾ ਹੈ, ਉਹ ਸਵੇਰੇ ਜਲਦੀ ਉੱਠਦਾ ਹੈ, ਉਹ ਆਪਣੇ ਮੰਮੀ ਡੈਡੀ ਦਾ ਕਹਿਣਾ ਮੰਨਦਾ ਹੈ, ਉਹ ਹਰ ਕੰਮ ਸਮੇਂ ਸਿਰ ਕਰਦਾ ਹੈ. ਸੋ ਇਹੀ ਚੀਜ਼ ਮੈਂ ਇੰਗਲਿਸ਼ ਕਹਿਣੀ ਹੋਵੇ ਕਿੱਦਾਂ ਕਹਾਂਗਾ? ਰਾਮ ਇਜ਼ ਅ ਵੈਰੀ ਗੁੱਡ ਬॉय. ਹੀ ਗੈਟਸ ਅਪ अर्ਲੀ ਇਨ ਦਾ ਮੋਰਨਿੰਗ. ਹੀ ਓਬੇਜ਼ ਐਂਡ ਰਿਸਪੈਕਟਸ ਹਿਜ਼ ਪੇਰੈਂਟਸ. ਓਕੇ, ਹੀ ਫਿਨਿਸ਼ਿਜ਼ ਹਿਜ਼ ਵਰਕ ਇਨ ਟਾਈਮ. ਸੋ ਇਹਦੇ ਵਿੱਚ ਕੀ ਕੀਤਾ? ਇੱਕ ਵਾਰ ਮੈਂ ਯੂਜ਼ ਕੀਤਾ ਉਹਦਾ ਨਾਮ ਰਾਮ ਤੇ ਫਿਰ ਰਾਮ ਦੀ ਜਗ੍ਹਾ ਮੈਂ ਕੀ ਵਰਤਦਾ ਰਿਹਾ? ਉਹ ਯਾਨੀ ਹੀ. ਸੋ ਹੀ ਕੀ ਹੋ ਗਿਆ? ਪ੍ਰੋਨਾਊਨ. ਕਿਉਂ ਹੋਇਆ? ਕਿਉਂਕਿ ਮੈਂ ਨਾਮ ਦੀ ਜਗ੍ਹਾ ਤੇ ਵਰਤਿਆ ਸੀ, ਨਾਊਨ ਦੀ ਜਗ੍ਹਾ ਤੇ. ਸੋ ਜਿਹੜੇ ਸ਼ਬਦ ਨਾਊਨ ਦੀ ਜਗ੍ਹਾ ਤੇ ਵਰਤੇ ਜਾਣਗੇ ਉਹਨਾਂ ਨੂੰ ਆਪਾਂ ਕੀ ਕਹਾਂਗੇ? ਪ੍ਰੋਨਾਊਨ. ਓਕੇ, ਜਿੱਦਾਂ ਜੇ ਮੈਂ ਕਿਸੇ ਕੁੜੀ ਵਾਸਤੇ ਵਰਤਣਾ ਹੋਵੇ ਤਾਂ ਮੈਂ ਕੀ ਕਹਾਂਗਾ? ਸ਼ੀ. ਕਿਸੇ ਇਹੋ ਜਿਹੀ ਚੀਜ਼ ਵਾਸਤੇ ਜਿਹਦੇ 'ਚ ਜਾਨ ਨਹੀਂ ਹੈਗੀ, ਇਟ. ਠੀਕ ਹੈ, ਇਹ ਸਾਰੇ ਲਫ਼ਜ਼ ਕੀ ਹੋ ਜਾਣਗੇ? ਪ੍ਰੋਨਾਊਨ. ਸੋ ਆਓ ਆਪਾਂ ਦੇਖਦੇ ਹਾਂ ਕਿ ਪ੍ਰੋਨਾਊਨਸ ਕਿੰਨੇ ਤਰ੍ਹਾਂ ਦੇ ਹੁੰਦੇ ਹਨ. ਸੋ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਪਰਸਨਲ ਪ੍ਰੋਨਾਊਨ. ਪਰਸਨਲ ਪ੍ਰੋਨਾਊਨ ਕਿਹੜੇ ਹੁੰਦੇ ਨੇ? ਆਜੋ ਆਪਾਂ ਪੜ੍ਹਦੇ ਹਾਂ. ਪ੍ਰੋਨਾਊਨਸ which are used in place of proper nouns to avoid repetition are called personal pronouns. ਪਰਸਨਲ ਪ੍ਰੋਨਾਊਨਸ ਉਹ ਹੁੰਦੇ ਹਨ ਜਿਹੜੇ ਕਿ ਖਾਸ ਨਾਮ, ਪ੍ਰੋਪਰ ਨਾਉਨ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ ਤਾਂ ਕਿ ਰੈਪੀਟੀਸ਼ਨ ਯਾਨੀ ਤਾਂ ਕਿ ਕਿਸੇ ਵੀ ਸ਼ਬਦ ਨੂੰ ਦੁਬਾਰਾ ਬੋਲਣ ਤੋਂ ਗੁਰੇਜ਼ ਕੀਤਾ ਜਾਵੇ, ਉਹਨਾਂ ਨੂੰ ਆਪਾਂ ਕਹਿੰਦੇ ਆ ਪਰਸਨਲ ਪ੍ਰੋਨਾਊਨਸ. ਆਜੋ ਐਗਜ਼ਾਮਪਲ ਦੇਖਦੇ ਹਾਂ. ਮਾਈ ਮਦਰ, ਮੇਰੇ ਮੰਮੀ, ਇਹ ਪਰਸਨਲ ਹੋ ਗਿਆ ਨਾ. ਮਾਈ ਮਦਰ ਇਜ਼ ਵੈਰੀ ਟਾਇਰਡ, ਮੇਰੇ ਮੰਮੀ ਬਹੁਤ ਟਾਇਰਡ ਹਨ, ਥਕੇ ਹੋਏ ਹਨ. ਦੁਬਾਰਾ ਫਿਰ ਦੇਖੋ ਰਿਪੀਟ ਹੋਣ ਲੱਗਾ. ਮਾਈ ਮਦਰ ਹੈਜ਼ ਬੀਨ ਵਰਕਿੰਗ ਦਾ ਹੋਲ ਡੇ, ਕਿਉਂਕਿ ਉਹ ਸਾਰਾ ਦਿਨ ਮੇਰੇ ਮੰਮੀ ਨੇ ਕੰਮ ਕੀਤਾ.
ਸੋ ਇਸ ਸੈਂਟੈਂਸ ਵਿੱਚ ਮਾਈ ਮਦਰ ਦੀ ਜਗ੍ਹਾ ਤੇ ਜੋ ਅਸੀਂ ਪ੍ਰੋਨਾਉਨ ਵਰਤਾਂਗੇ ਉਹ ਕੀ ਹੋ ਜਾਏਗਾ? ਪਰਸਨਲ ਪ੍ਰੋਨਾਉਨ। ਕਿਵੇਂ? ਮਾਈ ਮਦਰ ਇਜ਼ ਵੈਰੀ ਟਾਇਰਡ ਬਿਕੋਜ਼ ਸ਼ੀ ਹੈਜ਼ ਬੀਨ ਵਰਕਿੰਗ ਫॉर द ਹੋਲ ਡੇ, ਕਿਉਂਕਿ ਉਹ ਸਾਰਾ ਦਿਨ ਕੰਮ ਕਰਦੇ ਰਹੇ। ਓਕੇ, देयर आर 3 काइंड्स ऑफ पर्सनल प्रोनाउंस। ਹੁਣ ਪਰਸਨਲ ਪ੍ਰੋਨਾउंस ਜਿਹੜੇ ਆ 3 ਤਰ੍ਹਾਂ ਦੇ ਹੁੰਦੇ ਆ। ਦੇਖੀਏ, ਇੱਕ ਹੁੰਦਾ ਫਰਸਟ ਪਰਸਨ, ਇੱਕ ਹੁੰਦਾ ਸੈਕਿੰਡ ਪਰਸਨ, ਇੱਕ ਹੁੰਦਾ ਥਰਡ ਪਰਸਨ। ਸੋ ਇੱਥੇ ਆਪਾਂ ਦੇਖਦੇ ਹਾਂ ਕਿ ਆਪਾਂ ਹੋਰ ਡਿਟੇਲਡ ਸਟੱਡੀ ਕਿਸ ਤਰ੍ਹਾਂ ਕਰ ਸਕਦੇ ਹਾਂ। ਸੋ ਫਰਸਟ ਹੈ ਪ੍ਰੋਨਾउंस ਆਫ ਦਾ ਫਰਸਟ ਪਰਸਨ ਸਿੰਗੂਲਰ। ਸਿੰਗੂਲਰ ਕੀ ਹੁੰਦੇ ਨੇ? ਇੱਕ ਵਚਨ। ਸੋ ਆਪਾਂ ਫਰਸਟ ਪਰਸਨ ਦੇਖਦੇ ਹਾਂ ਸਿੰਗੂਲਰ ਕਿਹੜੇ ਕਿਹੜੇ ਹਨ। ਆਈ ਯਾਨੀ ਮੈਂ, ਮਾਈ ਮੇਰਾ, ਮਾਈਨ ਮੇਰੇ ਲਈ, ਮੀ ਮੈਨੂੰ, ਮਾਈ ਸੈਲਫ ਮੈਂ ਆਪਣੇ ਆਪ। ਪਲੂਰਲ, ਹੁਣ ਇਹਦੇ ਪਲੂਰਲ ਕੀ ਹੋਣਗੇ? ਬਹੁਵਚਨ ਕੀ ਹੋਣਗੇ? ਆਈ ਦਾ ਪਲੂਰਲ ਕੀ ਹੋ ਜਾਊਗਾ? ਵੀ। ਮਾਈ ਦਾ ਪਲੂਰਲ ਆਵਰ, ਮਾਈਨ ਦਾ ਪਲੂਰਲ ਆਵਰਸ, ਮੀ ਦਾ ਅਸ, ਮਾਈ ਸੈਲਫ ourselves। okay, second pronouns of the second person। ਹੁਣ second person ਕੀ ਦੱਸਿਆ ਸੀ? ਸਿੰਗੂਲਰ ਕਿਹੜੇ ਕਿਹੜੇ ਹੋਣਗੇ? you ਤੂੰ ਜਾਂ ਤੁਸੀਂ, yours ਤੁਹਾਡਾ, yourself ਤੁਸੀਂ ਆਪਣੇ ਆਪ, your ਤੁਹਾਡਾ। ਸੋ ਇਹਦੇ ਪਲੂਰਲ ਕੀ ਬਣ ਗਏ? you, yours, yourself, yourselves ਤੇ your। ਸੋ ਇਹਦੇ ਤਕਰੀਬਨ ਪਲੂਰਲ ਸੇਮ ਹਨ। yourself ਦਾ yourselves ਹੋਏਗਾ, ਬਾਕੀ ਸਾਰੇ ਅਨਚੇਂਜਡ ਰਹਿਣਗੇ। ਥਰਡ ਪ੍ਰੋਨਾउंस ਆਫ ਦਾ ਥਰਡ ਪਰਸਨ। ਥਰਡ ਪਰਸਨ ਕੀ ਦੱਸਿਆ ਸੀ? ਉਹ ਤੀਸਰਾ ਬੰਦਾ, ਯਾਨੀ ਮੇਰੇ ਤੇ ਤੇਰੇ ਤੋਂ ਇਲਾਵਾ ਬਾਕੀ ਸਾਰੇ ਕੀ ਨੇ? ਥਰਡ ਪਰਸਨ। ਹੀ ਲੜਕਾ ਹੈ ਨਾ, ਸ਼ੀ ਲੜਕੀ, ਇਟ ਕੋਈ ਵੀ ਚੀਜ਼, ਹਿਮ ਉਸ ਦਾ, ਹਿਮ ਉਸ ਨੂੰ, ਹਰ ਉਸ ਨੂੰ ਜਾਂ ਉਸ ਦਾ। ਓਕੇ, ਪਲੂਰਲ ਕੀ ਹੋਏਗਾ? them ਉਹਨਾਂ ਨੂੰ, their ਉਹਨਾਂ ਦਾ, theirs ਉਹਨਾਂ ਦੇ। ਠੀਕ। ਐਕਟੀਵਿਟੀ 8 fill in the blanks using personal pronouns। ਸੋ ਆਪਾਂ ਹੁਣ fill in the blanks ਕਰਦੇ ਹਾਂ। ਪਰਸਨਲ ਪ੍ਰੋਨਾਉਨ ਵਿੱਚ ਪਰਾਂਗੇ ਵੀ ਕਿਹੜੇ ਕਿਹੜੇ ਆਣਗੇ। ਫਸਟ ਹੈ ਡੈਸ਼ often reads until late night। ਚਲੋ ਦੇਖਦੇ ਹਾਂ ਕਿਹੜੇ ਕਿਹੜੇ ਆ ਸਕਦੇ ਨੇ। ਇੱਕ ਤਾਂ ਪਰਸਨਲ ਪ੍ਰੋਨਾउंस ਭਰਨੇ ਆ, ਹਨਾ। ਆਪਾਂ ਦੇਖੀਏ ਕਿ ਇਹਨਾਂ ਜੋ ਪਰਸਨਲ ਪ੍ਰੋਨਾउन ਕਿਹੜੇ ਨੇ। ਅਮਨ ਪਰਸਨਲ ਪ੍ਰੋਨਾउन ਹੈ? ਨਹੀਂ, ਇਹ ਤਾਂ ਪ੍ਰੋਪਰ ਨਾउन ਹੋ ਗਿਆ। ਮੀਨਾ ਵੀ ਪ੍ਰੋਪਰ ਨਾउन ਹੋ ਗਿਆ। ਹੁਣ ਪਰਸਨਲ ਪ੍ਰੋਨਾउन 2 ਰਹਿ ਗਏ। ਪਹਿਲਾ ਹੈ ਹੀ, ਲਾਸਟ ਵਾਲਾ ਕਿਹੜਾ? ਦੇ। ਹੀ ਦਾ ਮਤਲਬ ਉਹ ਤੇ ਦੇ ਦਾ ਮਤਲਬ ਜ਼ਿਆਦਾ ਜਣੇ। ਓਕੇ, ਸੋ ਜ਼ਿਆਦਾ ਜਣੇ ਤਾਂ ਨਹੀਂ ਪੜ ਰਹੇ, ਇੱਕ ਜਣਾ ਪੜਦਾ। ਕਿੱਦਾਂ ਪਤਾ ਚੱਲਿਆ ਇੱਕ ਜਣਾ ਪੜਦਾ? ਜੇ ਫੋਟੋ ਨਾ ਸਾਹਮਣੇ ਹੋਵੇ ਤਾਂ ਕਿੱਦਾਂ ਪਤਾ ਚੱਲੇਗਾ ਵੀ ਇੱਕ ਜਣਾ ਪੜਦਾ? ਆਪਾਂ ਨੂੰ ਪਤਾ ਕਿਸ ਤਰ੍ਹਾਂ ਪਤਾ ਚੱਲੇਗਾ? ਆਪਾਂ ਨੂੰ ਪਤਾ ਚੱਲੇਗਾ, ਆਪਾਂ ਦੇਖਾਂਗੇ ਰੀਡ ਯਾਨੀ ਵਰਬ ਦੇ ਨਾਲ ਜੇ s ਜਾਂ es ਲੱਗਾ ਤਾਂ ਇਹਦਾ ਮਤਲਬ ਇੱਕ ਜਣਾ ਪੜਦਾ ਪਿਆ ਤੇ ਉਹ ਵੀ ਥਰਡ ਪਰਸਨ। ਓਕੇ, ਸੋ ਇੱਥੇ ਰੀਡ ਦੇ ਨਾਲ s ਲੱਗਿਆ ਤੇ ਇਹਦਾ ਮਤਲਬ ਦੇ ਤਾਂ ਬਿਲਕੁਲ ਨਹੀਂ ਆਏਗਾ, ਕਿਉਂਕਿ ਜੇ ਜ਼ਿਆਦਾ ਜਣੇ ਹੋਣਗੇ ਫਿਰ ਰੀਡ ਦੇ ਨਾਲ s ਨਹੀਂ ਲੱਗੇਗਾ। ਸੋ ਇੱਥੇ ਕੀ ਆਊਗਾ? ਹੀ often reads until late at night। ਉਹ ਰਾਤ ਦੇਰ ਤੱਕ ਪੜਦਾ ਹੈ। ਸੋ ਸੈਕਿੰਡ ਹੈ ਡੈਸ਼ is running up and down the stairs। ਕੋਈ ਹੈ ਜੋ ਸਟੇਅਰਸ ਦੇ ਉੱਪਰ ਨੀਚੇ ਰਨ ਕਰ ਰਿਹਾ। ਸੋ ਦੇਖਦੇ ਹਾਂ ਕੌਣ ਹੈ। ਸੋ ਪਰਸਨਲ ਪ੍ਰੋਨਾउंस ਨੂੰ ਲੱਭਣ ਦਾ ਸਿੰਪਲ ਫਾਰਮੂਲਾ, ਉੱਪਰਲਾ ਟੇਬਲ ਦੇਖੋ ਜਿੱਥੇ ਲਿਖਿਆ ਸੀ ਸਿੰਗੂਲਰ ਤੇ ਪਲੂਰਲ। ਓਕੇ, 3 ਫਾਰਮਸ ਦਿੱਤੀਆਂ ਸੀ ਨਾ, ਫਸਟ ਪਰਸਨ ਵਾਲੀ, ਸੈਕਿੰਡ ਪਰਸਨ ਵਾਲੀ ਤੇ ਥਰਡ ਪਰਸਨ ਵਾਲੀ, ਇਹਦੀ ਕਾਈਂਡਸ ਦਿੱਤੀਆਂ ਸੀ। ਸੋ ਉਹਦੇ ਵਿੱਚ ਆਪਾਂ ਦੇਖਾਂਗੇ ਕਿ ਉਹਦੇ ਵਿੱਚ ਲਿਖਿਆ ਹੋਇਆ ਦਾ ਕੈਟ ਨਹੀਂ, ਸੋ ਇਹ ਪਰਸਨਲ ਪ੍ਰੋਨਾउन ਨਹੀਂ ਹੈ। ਮਾਈ ਬ੍ਰਦਰ ਲਿਖਿਆ ਹੋਇਆ ਨਹੀਂ। ਹੁਣ ਕੀ ਰਹਿ ਗਿਆ? ਸ਼ੀ ਤੇ ਯੂ। ਸੋ ਸ਼ੀ ਮਤਲਬ ਉਹ ਲੜਕੀ ਤੇ ਯੂ ਦੇ ਨਾਲ ਇਜ਼ ਤਾਂ ਆਂਦਾ ਹੀ ਨਹੀਂ, ਇਸ ਕਰਕੇ ਕੀ ਰਹਿ ਗਿਆ? she is running up and down the stairs। third dash is from Mumbai। कौन है जो मुंबई तो है? रोजी ਤਾਂ नाउन हो गया। my friend भी नहीं हो सकता, this statue भी नहीं हो सकता, की रह गया? he is from Mumbai। fourth have dash got a dog मीना। so have किधर ना लगता है? I you we ज़्यादा जनिया नाल। ओके, anyone ਤਾਂ ਇੱਕ ਹੋ ਗਿਆ।
दे ज़्यादा जने हो गए, समवन एक हो गया, इट एक हो गया। सो दे इत्थे इहदा जवाब आएगा हैव दे गोट अ डॉग। मीना फिफ्थ वी एंजॉय द रोजेज सो मच। ਅਸੀਂ ਗੁਲਾਬ ਨੂੰ ਬਹੁਤ ਪਸੰਦ ਕਰਦੇ ਹਾਂ। ਹੁਣ ਰੋਜ਼ेस ज़्यादा ने ना, सो इत्थे ਕੀ आएगा दे रियली मेक द गार्डन ब्यूटीफुल। सिक्स्थ अमन इजंट एन आर्किटेक्ट। अमन एक आर्किटेक्ट नहीं है। हुण अमन की है, मुंडा कि कुड़ी? मुंडा भी हो सकता, कुड़ी भी हो सकती है। सो ही इज़ एन इंजीनियर। ते जे कुड़ी होवे शी इज़ एन इंजीनियर। सेवंथ आर डैश फ्रेंड्स और नॉट। आर वी फ्रेंड्स और नॉट, कि असी दोस्त हाँ या नहीं। एट्थ माई डॉक्टर वॉज बॉर्न इन लंडन। ही टीचिज लैंग्वेज लैसन्स इन हिज स्पेयर टाइम। तो जे डॉक्टर गर्ल होवे तो शी टीचिज लैंग्वेज लैसन इन हिज स्पेयर टाइम। ओके, दोनों ठीक है। नाइन्थ ऑल माई टीचर्स आर फ्रॉम यूरोप। मेरे सारे टीचर्स यूरोप तो हैं। डैश कम फ्रॉम ऑल ओवर द कॉन्टीनेंट। और ज़्यादा टीचर्स है ना सारे, सो इत्थे क्या आएगा दे कम फ्रॉम ऑल ओवर द कॉन्टीनेंट। टेंथ आवर फ्रेंड्स आर एथलीट्स। ऑल ऑफ देम आर आइदर स्ट्रोंग फास्ट और बोथ। साडे दोस्त एथलीट ਹਨ, ਉਹ ਸਾਰੇ ਜਾਂ ਤਾਂ ਤਾਕਤਵਰ ਹਨ, ਤੇਜ਼ ਹਨ ਜਾਂ ਦੋਨੋਂ ਹਨ। ਸੋ ऑल ऑफ। नेक्स्ट है डेमोन्स्ट्रेटिव प्रोनाउन। डेमोन्स्ट्रेटिव प्रोनाउन क्या होता है? A demonstrative pronoun is a pronoun that is used to point to something within a sentence. So demonstrative ਹੁੰਦੇ ਨੇ ਜੋ pronoun ਕਿਸੇ ਵੱਲ ਕੋਈ ਇਸ਼ਾਰਾ ਕਰਦੇ ਹੋਣ। Okay, ਉਹਨਾਂ ਨੂੰ ਕਹਿੰਦੇ ਨੇ demonstrative. These pronouns can indicate items in space or time and they can be either singular or plural. ਇਹ ਪ੍ਰੋਨਾਉਨ ਕਿਸੇ ਚੀਜ਼ਾਂ ਵੱਲ ਵੀ ਇਸ਼ਾਰਾ ਕਰ ਸਕਦੇ ਹਨ, ਸਮੇਂ ਵੱਲ ਵੀ ਇਸ਼ਾਰਾ ਕਰ ਸਕਦੇ ਹਨ। ਇਹ ਸਿੰਗੂਲਰ ਵੀ ਹੋ ਸਕਦੇ ਹਨ ਤੇ ਪਲੂਰਲ ਵੀ ਹੋ ਸਕਦੇ ਹਨ। ਆਜੋ ਕੁਝ ਐਗਜ਼ਾਮਪਲਸ ਦੇਖਦੇ ਹਾਂ। ਜਿਵੇਂ ਫਰਸਟ ਐਗਜ਼ਾਮਪਲ ਕੀ ਹੈ? ਦਿਸ ਵਾਜ਼ ਮਾਈ ਮਦਰਜ਼ ਰਿੰਗ। ਇਹ ਮੇਰੇ ਮੰਮੀ ਦੀ ਰਿੰਗ ਸੀ। ਇਹ ਯਾਨੀ ਦਿਸ ਕੀ ਹੋ ਗਿਆ? ਡੈਮੋਨਸਟ੍ਰੇਟਿਵ ਪ੍ਰੋਨਾਉਨ। ਸੈਕਿੰਡ ਹੈ that looks like the car I used to drive। ਇਹ ਉਸ ਕਾਰ ਵਾਂਗ ਲੱਗਦੀ ਹੈ ਜਿਹੜੀ ਮੈਂ ਅਕਸਰ ਚਲਾਉਂਦਾ ਹੁੰਦਾ ਸੀ। ਠੀਕ, ਮਤਲਬ ਕਿਹੜੀ ਕਾਰ? ਉਹ ਉਹਦੇ ਵੱਲ ਇਸ਼ਾਰਾ ਨਾ, ਸੋ ਕਿਹੜਾ ਵਰਡ ਹੈ? that। next these are nice shoes। ਇਹ shoes nice ਹਨ। demonstrate ਕਿਹੜਾ ਵਰਡ ਕਰ ਰਿਹਾ? these but they look uncomfortable। ਇਹ shoes nice ਹਨ ਪਰ ਇਹ ਇੰਨੇ comfortable ਨਹੀਂ ਲੱਗ ਰਹੇ। Those look like riper than the apples on my tree। ਉਹ ਜਿਹੜੇ ਸੇਬ ਹਨ ਮੇਰੇ ਦਰਖਤ ਦੇ ਸੇਬਾਂ ਨਾਲੋਂ ਜ਼ਿਆਦਾ ਪੱਕੇ ਲੱਗ ਰਹੇ ਹਨ। Those, okay, ਉਹ ਵਾਲੇ। So those ਕੀ ਹੋ ਗਿਆ? Demonstrative pronoun। Activity 9 fill in the blanks using demonstrative pronouns। ਹੁਣ ਜਿਹੜੇ ਅਸੀਂ ਉੱਪਰ demonstrative pronouns ਸਿੱਖੇ ਹਨ ਉਹ ਆਪਾਂ ਇੱਥੇ ਯੂਜ਼ ਕਰਦੇ ਹਾਂ। First dash was such an interesting experience। That was such an interesting experience। Are dash your shoes? Are those your shoes? Third, you will have to get your own pen। This is mine। There is no end to this। Because of their bad behavior, dash of the children were given allowances। Allowances ਹੁੰਦੇ ਨੇ ਖਰਚ ਕਰਨ ਲਈ ਪੈਸੇ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਪੱਤਾ। Okay, ਸੋ ਕਿਉਂਕਿ ਉਹਨਾਂ ਦਾ ਵਤੀਰਾ ਮਾੜਾ ਸੀ ਤੇ ਫਿਰ ਤਾਂ ਕਿਸੇ ਨੂੰ ਵੀ ਕੋਈ ਪੈਸੇ ਨਹੀਂ ਮਿਲਣੇ ਚਾਹੀਦੇ। ਨਨ ਆਫ ਦ ਚਿਲਡਰਨ ਵਰ ਗਿਵਨ ਅਲਾਊਂਸਸ, ਯਾਨੀ ਜੇਬ ਖਰਚ। Sixth, dash of them had seen it before। So neither of them had seen it before। ਕਿਸੇ ਨੇ ਵੀ ਇਹ ਚੀਜ਼ ਨਹੀਂ ਦੇਖੀ ਸੀ ਪਹਿਲਾਂ। Is this yours? ਕੀ ਇਹ ਤੁਹਾਡਾ ਹੈ? Everyone ate early। ਸਭ ਨੇ ਜਲਦੀ ਖਾ ਲਿਆ। When we arrived, ਜਦੋਂ ਅਸੀਂ ਪਹੁੰਚੇ। None was left। ਕੁਝ ਵੀ ਬਾਕੀ ਨਹੀਂ ਸੀ। Please give me one of those। Tenth, dash are nice looking। These are nice looking। ਹੁਣ interrogative pronoun ਕਰਦੇ ਹਾਂ ਯਾਨੀ questions ਵਾਲੇ। An interrogative pronoun is used to make asking questions easy। interrogative pronoun ਕਿਹੜੇ ਹੁੰਦੇ ਨੇ? ਜਿਹੜੇ ਕਿ questions ਪੁੱਛਣ ਲਈ ਕੰਮ ਆਉਂਦੇ ਨੇ। ਠੀਕ ਹੈ, there are just 5 interrogative pronouns। 5 ਤਰ੍ਹਾਂ ਦੇ interrogative pronouns ਹੁੰਦੇ ਨੇ। ਉਹ ਕਿਹੜੇ ਕਿਹੜੇ? what, which, who, whom and
whose. So what do you want for dinner? ਤੁਹਾਨੂੰ ਕੀ ਚਾਹੀਦਾ ਹੈ ਡਿਨਰ ਵਿੱਚ? ਹੁਣ ਡਿਨਰ ਵਿੱਚ ਕੀ ਚਾਹੀਦਾ ਹੋਏਗਾ? ਕੋਈ ਨਾ ਕੋਈ ਚੀਜ਼ਾਂ ਚਾਹੀਦੀਆਂ ਹੋਣਗੀਆਂ, ਕਿਸੇ ਚੀਜ਼ਾਂ ਦਾ ਨਾਮ ਬੋਲੋਗੇ। ਸੋ ਚੀਜ਼ਾਂ ਦਾ ਨਾਮ ਦੀ ਜਗ੍ਹਾ ਤੇ ਆਪਾਂ ਕਿਹੜਾ ਸ਼ਬਦ ਵਰਤ ਲਿਆ? what ਕੀ ਹੋ ਗਿਆ? pronoun. what do you want for dinner? ਹੁਣ what is your name? ਇਹਦਾ ਜਵਾਬ ਕੀ ਦਿਓਗੇ? ਮੰਨ ਲਓ ਤੁਸੀਂ ਮੇਰੇ ਕੋਲ ਪੁੱਛੋ ਕਿ ਸਰ what is your name? ਹੁਣ what ਦੀ ਜਗ੍ਹਾ ਤੇ ਮੈਂ ਕੀ ਰੱਖਾਂਗਾ? ਇੱਕ noun. ਸੋ noun ਦੀ ਜਗ੍ਹਾ ਤੇ ਤੁਸੀਂ ਕੀ ਰੱਖਿਆ? what. okay, so what is your name? मैं की जवाब दूंगा परमजोत is my name. so what की हो गया? pronoun. केड़ा pronoun? interrogative pronoun. which seat would you like? which ਹੁੰਦਾ केड़ी सीट तुसी पसंद करदे हो? so ਇੱਥੇ ਵੀ ਤੁਸੀਂ ਕਿਸੇ ਨਾ ਕਿਸੇ ਸੀਟ ਦਾ ਨਾਮ ਲਵੋਗੇ, ਸੋ ਉਹਦੀ ਜਗ੍ਹਾ ਹੀ ਆਪਾਂ ਰੱਖਿਆ which. second है which of these ice cream flavors is your favorite? ਕਿਹੜਾ ਆਈਸਕ੍ਰੀਮ ਫਲੇਵਰ ਹੈ, ਕਿਹੜੇ ਆਈਸਕ੍ਰੀਮ ਦਾ ਸਵਾਦ ਹੈ ਤੁਹਾਡਾ ਫੇਵਰਿਟ? who ਹੁੰਦਾ ਕੌਣ? who is that man over there? ਉੱਥੇ ਕਿਹੜਾ ਵਿਅਕਤੀ ਹੈ? who is the strongest in the class? ਕਲਾਸ ਵਿੱਚ ਸਭ ਤੋਂ ਤਾਕਤਵਰ ਕੌਣ ਹੈ? next ਹੈ whom, ਯਾਨੀ ਕਿਸ ਨੂੰ? you should ask whom to meet. you should ask, ਤੁਹਾਨੂੰ ਪੁੱਛਣਾ ਚਾਹੀਦਾ ਹੈ whom to meet, ਕਿ ਤੁਸੀਂ ਕਿਹਨੂੰ ਮਿਲਣਾ ਹੈ। with whom, ਕਿਸ ਨਾਲ। did you go to the class, ਤੁਸੀਂ ਕਲਾਸ ਵਿੱਚ ਗਏ। whose, ਯਾਨੀ ਕਿਸ ਦਾ। whose sweater is this, ਇਹ ਸਵੈਟਰ ਕਿਸ ਦਾ ਹੈ। I wonder, ਮੈਨੂੰ ਹੈਰਾਨੀ ਹੋਈ। whose dog is digging our lawn, ਕਿ ਕਿਸ ਦਾ ਕੁੱਤਾ ਸਾਡਾ ਬਾਗ ਖੋਦ ਰਿਹਾ ਹੈ। ਐਕਟੀਵਿਟੀ 10 fill in the blanks with an interrogative pronoun. ਹੁਣ ਜੋ ਤੁਸੀਂ ਸਿੱਖਿਆ ਉਹ ਅਸੀਂ ਇੱਥੇ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। dash threw the football. who threw the football? dash would you prefer, coffee or tea? which would you prefer, coffee or tea? dash time do we need to be at the station? what time do we need to be at the station? dash bike is that, whose bike is that? fifth, dash is your brother's name. what is your brother's name? sixth, dash did you tell, what did you tell? so ਇੱਥੇ ਦੋ ਆ ਸਕਦੇ ਨੇ। whom did you tell, ਤੁਸੀਂ ਕਿਸ ਨੂੰ ਕਿਹਾ। what did you tell, ਤੁਸੀਂ ਕੀ ਕਿਹਾ। okay, seventh, dash of these books have you read? which of these books have you read? dash wants ice cream. who wants ice cream? ਕਿਸ ਨੂੰ ਆਈਸਕ੍ਰੀਮ ਚਾਹੀਦੀ ਹੈ। ਚਲੋ ਹੁਣ ਆਪਾਂ ਰਾਈਟਿੰਗ ਦੀ ਐਕਟੀਵਿਟੀ ਤੇ ਆਈਏ। did you like the story? ਜਿਹੜੀ ਤੁਸੀਂ ਸਟੋਰੀ ਪੜ੍ਹੀ ਤੁਹਾਨੂੰ ਪਸੰਦ ਆਈ? talk to your partner, ਆਪਣੇ ਪਾਰਟਨਰ ਨਾਲ ਹੁਣ ਗੱਲ ਕਰੋ and discuss two things, ਅਤੇ ਦੋ ਚੀਜ਼ਾਂ ਵਿਚਾਰੋ you liked, ਜਿਹੜੀਆਂ ਤੁਹਾਨੂੰ ਪਸੰਦ ਆਈਆਂ, and one thing you did not like in the story, ਅਤੇ ਇੱਕ ਇਹੋ ਜਿਹੀ ਚੀਜ਼ ਵੀ ਵਿਚਾਰੋ ਜਿਹੜੀ ਤੁਹਾਨੂੰ ਇਸ ਸਟੋਰੀ 'ਚ ਪਸੰਦ ਨਹੀਂ ਆਈ। after discussion ਕਰਨ ਤੋਂ ਬਾਅਦ add another paragraph, ਇੱਕ ਪੈਰਾਗ੍ਰਾਫ ਹੋਰ ਐਡ ਕਰੋ, ਜੋੜੋ to change the ending of the story, ਕਿ ਤੁਸੀਂ ਕੀ ਚਾਹੁੰਦੇ ਹੋ ਕਿ ਇਸ ਸਟੋਰੀ ਦਾ ਐਂਡ ਕੀ ਹੋਵੇ। ਆਪਣੇ ਹਿਸਾਬ ਨਾਲ ਇਸ ਸਟੋਰੀ ਦਾ ਐਂਡ ਤੁਸੀਂ ਲਿਖ ਸਕਦੇ ਹੋ। ਓਕੇ, ਸੋ ਇਹ ਕੰਮ ਤੁਸੀਂ ਆਪ ਕਰਨਾ ਹੈ, ਕਿਉਂਕਿ ਜੇ ਮੈਂ ਸਾਰਾ ਕੁਝ ਮੈਂ ਹੀ ਕਰਕੇ ਦੇਵਾਂਗਾ ਤਾਂ ਫਿਰ ਤੁਹਾਡੇ ਕਰਨ ਲਈ ਤਾਂ ਕੁਝ ਰਹਿ ਨਹੀਂ ਜਾਏਗਾ। ਓਕੇ, ਯੈਸ, ਪਰ ਮੈਂ ਤੁਹਾਡੀ ਇੱਕ ਹੈਲਪ ਕਰ ਸਕਦਾ। ਹੈਲਪ ਇਹ ਹੋ ਸਕਦੀ ਹੈ ਕਿ ਜੇ ਤੁਸੀਂ ਆਪਣੇ ਆਪ ਲਿਖੋਗੇ ਤੇ ਉਹ ਲਿਖਿਆ ਹੋਇਆ ਕਮੈਂਟ ਬਾਕਸ ਵਿੱਚ ਸ਼ੇਅਰ ਕਰੋਗੇ, ਮੈਂ ਉਹਨੂੰ ਚੈੱਕ ਕਰਕੇ ਆਪਣੀ ਫੀਡਬੈਕ ਜ਼ਰੂਰ ਦੇ ਸਕਦਾ। ਓਕੇ, ਸੋ ਮੈਨੂੰ ਇੰਤਜ਼ਾਰ ਰਹੇਗਾ। ਨੈਕਸਟ ਹੈ ਲਰਨਿੰਗ ਟੂ ਯੂਜ਼ ਲੈਂਗੁਏਜ। ਅੱਜ ਆਪਾਂ ਹੋਰ ਲੈਂਗੁਏਜ ਸਿੱਖੀਏ। ਐਕਟੀਵਿਟੀ 12 ਰਾਈਟ ਅ ਲੈਟਰ ਟੂ ਯੂਰ ਫਰੈਂਡ ਇਨਵਾਈਟਿੰਗ ਹਿਮ ਟੂ ਦ ਬਰਥਡੇ ਪਾਰਟੀ। ਹੁਣ ਆਪਣੇ ਫਰੈਂਡ ਨੂੰ ਲੈਟਰ ਲਿਖੋ ਤੇ ਉਹਨੂੰ ਆਪਣੀ ਬਰਥਡੇ ਪਾਰਟੀ ਤੇ ਇਨਵਾਈਟ ਕਰੋ। ਓਕੇ, ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਦੱਸੋ ਕਿ ਬਰਥਡੇ ਮਨਾਉਣਾ ਕਿਹਨੂੰ ਚੰਗਾ ਨਹੀਂ ਲੱਗਦਾ। ਮੇਰੇ ਖਿਆਲ 'ਚ ਇਹੋ ਜਿਹੀ ਇਵੈਂਟ ਹੈ ਜਿਹੜੇ ਕਿ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਵੀ ਮਨਾਉਣਾ ਪਸੰਦ ਕਰਦੇ ਨੇ, ਤੇ ਹੋਰ ਜ਼ਿਆਦਾ ਇੰਜੋਏਬਲ ਕਦੋਂ ਹੁੰਦਾ? ਜਦੋਂ ਸਾਡੇ ਫਰੈਂਡਸ ਵੀ ਆ ਕੇ ਸਾਡੇ ਨਾਲ ਇੰਜੋਏ ਕਰਦੇ ਨੇ। ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਜਿਹੜੇ ਆਪਣੇ ਅੱਛੇ ਫਰੈਂਡਸ ਨੂੰ ਐਕਸਪੈਕਟ ਕਰ ਰਹੇ ਹੁੰਦੇ ਆ ਕਿ ਸਾਡੀ ਉਹ ਬਰਥਡੇ ਪਾਰਟੀ ਤੇ ਆਣਗੇ, ਉਹ ਨਹੀਂ ਆਉਂਦੇ। ਠੀਕ, ਤੇ ਜਦੋਂ ਉਹਨਾਂ ਨੂੰ ਅਸੀਂ ਫੋਨ ਕਰਕੇ ਪੁੱਛਦੇ ਆ ਕਿ ਯਾਰ ਤੂੰ ਆਇਆ ਨਹੀਂ,
ਤੇ ਕਈ ਵਾਰ ਉਹ ਗੁੱਸਾ ਕਰਕੇ ਬੈਠੇ ਹੁੰਦੇ ਨੇ ਕਿ ਯਾਰ ਤੂੰ ਤਾਂ ਸਾਨੂੰ ਬੁਲਾਇਆ ਹੀ ਨਹੀਂ ਚੱਜ ਨਾਲ। ਠੀਕ, ਸੋ ਅੱਜ ਅਸੀਂ ਕਰਾਂਗੇ ਕਿ ਆਪਣੇ ਬਰਥਡੇ ਤੇ ਜੇ ਕਿਸੇ ਨੂੰ ਇਨਵੀਟੇਸ਼ਨ ਲੈਟਰ ਲਿਖਣੀ ਹੋਵੇ ਤਾਂ ਕਿੱਦਾਂ ਲਿਖਾਂਗੇ। ਆਪਾਂ ਇਹਦੇ 2-3 ਤਰੀਕੇ ਕਰਾਂਗੇ, ਜਿਹੜਾ ਵੀ ਤੁਹਾਨੂੰ ਸੌਖਾ ਲੱਗੇਗਾ ਤੁਸੀਂ ਉਹ ਕਰ ਸਕਦੇ ਹੋ। ਸੋ ਲੈਟਰ ਨੂੰ ਅਸੀਂ ਲੈਫਟ ਸਾਈਡ ਤੋਂ ਸ਼ੁਰੂ ਕਰਾਂਗੇ, ਕੋਈ ਵੀ ਸਪੇਸ ਨਹੀਂ ਛੱਡਾਂਗੇ। ਐਂ ਜਿਹੜਾ ਹਾਸ਼ੀਆ ਲੱਗਿਆ ਹੁੰਦਾ ਨਾ ਤੁਹਾਡੀ ਨੋਟਬੁੱਕ ਤੇ, ਉਹਦੇ ਨਾਲ ਸ਼ੁਰੂ ਕਰਾਂਗੇ। ਐਡਰੈਸ ਲਿਖ ਦਿਓ 10 ਰਾਮਨਗਰ ਮੋਗਾ। ਮੈਂ ਸਿੰਪਲ ਤਾਂ ਲਿਖ ਰਿਹਾ ਤਾਂ ਕਿ ਸਾਰਿਆਂ ਨੂੰ ਯਾਦ ਕਰਨ 'ਚ ਈਜ਼ੀ ਰਵੇ। ਓਕੇ, ਐਡਰੈਸ ਲਿਖ ਲਿਆ। ਉਸ ਤੋਂ ਬਾਅਦ ਉਹਦੇ ਨੀਚੇ ਡੇਟ ਪਾ ਦਿਓ, ਜੂਨ 5 2020। ਓਕੇ, ਸੋ ਇੱਕ ਚੀਜ਼ ਦਾ ਧਿਆਨ ਰੱਖਣਾ, ਜਿੱਥੇ ਇਸ ਬਿਨਾ ਸਰ ਸਕਦਾ ਹੈ ਉੱਥੇ ਕੋਮਾ ਨਹੀਂ ਪਾਣਾ। ਹੁਣ ਡੇਟ 'ਚ ਦੇਖੋ, ਜੇ ਤੁਸੀਂ 5 ਤੋਂ ਬਾਅਦ ਕੋਮਾ ਨਹੀਂ ਪਾਓਗੇ ਤਾਂ ਸਾਨੂੰ ਇਸ ਨੂੰ ਅਲੱਗ-ਅਲੱਗ ਪੜ੍ਹਨਾ ਮੁਸ਼ਕਿਲ ਹੋ ਜਾਏਗਾ, ਸੋ ਤਾਂ ਇੱਥੇ ਕੋਮਾ ਪਾਇਆ ਹੈ। ਓਕੇ ਜੀ, ਹੁਣ ਇੱਕ ਲਾਈਨ ਛੱਡੋ, ਲਿਖੋ ਮਾਈ ਡੀਅਰ ਰਾਜ, ਫਿਰ ਇੱਕ ਲਾਈਨ ਛੱਡੋ। ਸੋ ਇਹ ਆਪਾਂ 4 ਤਰੀਕੇ ਨਾਲ ਕਰਾਂਗੇ, ਜੋ ਵੀ ਤਰੀਕਾ ਤੁਹਾਨੂੰ ਸੌਖਾ ਲੱਗਦਾ ਉਹ ਤੁਸੀਂ ਅਡਾਪਟ ਕਰ ਸਕਦੇ ਹੋ। ਪਹਿਲਾ, I am writing this letter to invite you to attend my 12th birthday party on June 15, 2020 at 7 p.m. Full stop. The venue of birthday party is my residence. Venue ਹੁੰਦਾ ਜਗ੍ਹਾ, ਜਿਸ ਜਗ੍ਹਾ ਤੇ ਪ੍ਰੋਗਰਾਮ ਹੋਣਾ ਹੋਵੇ। ਮੇਰੀ ਬਰਥਡੇ ਪਾਰਟੀ ਦਾ ਜੋ ਪ੍ਰੋਗਰਾਮ ਹੈ ਉਹ ਕਿੱਥੇ ਰੱਖਿਆ? ਆਪਣੇ ਰੈਜ਼ੀਡੈਂਸ ਵਿੱਚ। ਰੈਜ਼ੀਡੈਂਸ ਕੀ ਹੁੰਦਾ? ਜਿੱਥੇ ਤੁਸੀਂ ਰਹਿੰਦੇ ਹੋ, ਤੁਹਾਡਾ ਰਹਿਣ ਵਾਲਾ ਸਥਾਨ, ਉਹਨੂੰ ਆਪਾਂ ਕਹਿੰਦੇ ਆ ਰੈਜ਼ੀਡੈਂਸ। Your presence will make me more delight. ਤੁਹਾਡੀ ਮੌਜੂਦਗੀ ਮੈਨੂੰ ਬੇਹੱਦ ਖੁਸ਼ੀ ਦੇਵੇਗੀ। ਡਿਲਾਈਟ ਹੁੰਦਾ ਬਹੁਤ ਜ਼ਿਆਦਾ ਖੁਸ਼ ਹੋਣਾ। Looking forward to your arrival. ਮੈਂ ਤੁਹਾਡੇ ਅਰਾਈਵਲ ਦਾ ਯਾਨੀ ਤੁਹਾਡੇ ਆਉਣ ਦਾ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਸੋ ਜੇ ਸਿੰਪਲ ਇੰਨੇ ਵੀ ਲਿਖ ਦੋਗੇ ਤਾਂ ਵੀ ਤੁਹਾਡੀ ਲੈਟਰ ਜਿਹੜੀ ਹੈ ਕੰਪਲੀਟ ਹੋ ਜਾਂਦੀ ਹੈ। ਸੋ ਨੀਚੇ ਕੀ ਲਿਖੋਗੇ? Yours sincerely। ਨੀਚੇ ਆਪਣਾ ਨਾਮ ਲਿਖ ਦਿਓ। ਇੱਕ ਚੀਜ਼ ਦਾ ਧਿਆਨ ਰੱਖਣਾ ਹੈ, ਜੇ ਐਗਜ਼ਾਮੀਨੇਸ਼ਨ ਵਿੱਚ ਤੁਹਾਡਾ ਨਾਮ ਦਿੱਤਾ ਹੋਵੇ, ਤੁਹਾਡਾ ਐਡਰੈਸ ਦਿੱਤਾ ਹੋਵੇ, ਓਕੇ, ਜੇ ਉੱਥੇ ਲਿਖਿਆ ਹੋਵੇ ਸਪੋਜ਼ ਯੂ ਆਰ ਰਵਿੰਦਰ, ਯੂ ਲਿਵ ਐਟ 38 ਮਾਨਵਤਾ ਪਾਰਕ ਹੁਸ਼ਿਆਰਪੁਰ, ਤੇ ਤੁਸੀਂ ਕੀ ਕਰਨਾ? ਤੁਸੀਂ ਫਿਰ ਸਾਰਾ ਕੁਝ ਉਹੀ ਲਿਖਣਾ ਹੈ। ਸਭ ਤੋਂ ਪਹਿਲਾਂ ਐਡਰੈਸ, ਫਿਰ ਇਹੀ ਲਿਖੋਗੇ 38 ਮਾਨਵਤਾ ਪਾਰਕ ਹੁਸ਼ਿਆਰਪੁਰ। ਓਕੇ, ਤੇ ਤੁਹਾਡਾ ਨਾਮ ਕੀ ਹੈ? ਰਵਿੰਦਰ। ਅਖੀਰ ਤੇ ਤੁਸੀਂ ਲਿਖੋਗੇ ਯੂਅਰਸ ਸਿੰਸੀਅਰਲੀ ਰਵਿੰਦਰ। ਜੇ ਐਦਾਂ ਦਿੱਤਾ ਹੋਵੇ ਤਾਂ ਫਿਰ ਐਦਾਂ ਹੀ ਲਿਖਣਾ ਹੈ। ਓਕੇ, ਸੋ ਇਹ ਸੀ ਇੱਕ ਤਰੀਕਾ। ਸੋ ਆਓ ਹੁਣ ਆਪਾਂ ਦੂਜਾ ਤਰੀਕਾ ਦੇਖਦੇ ਹਾਂ। ਦੂਜਾ ਤਰੀਕਾ ਵੀ ਸਿੰਪਲ ਹੈ ਪਰ ਥੋੜੇ ਜਿਹੇ ਹੋਰ ਅੱਛੇ ਤਰੀਕੇ ਨਾਲ। ਸੋ ਲੈਟਰ ਦੀ ਸਟਾਰਟਿੰਗ ਸੇਮ ਹੋਏਗੀ। ਇਸੇ ਤਰ੍ਹਾਂ ਤੁਸੀਂ ਸਭ ਤੋਂ ਪਹਿਲਾਂ ਆਪਣਾ ਐਡਰੈਸ ਲਿਖਣਾ ਹੈ, ਡੇਟ ਲਿਖਣੀ ਹੈ, ਫਿਰ ਉਸ ਤੋਂ ਬਾਅਦ ਸੰਬੋਧਨ ਕਰਨਾ, ਮਾਈ ਡੀਅਰ ਰਾਜ, ਜਾਂ ਕੋਈ ਵੀ ਨਾਮ ਤੁਸੀਂ ਲਿਖਣਾ ਚਾਹੁੰਦੇ ਹੋ। ਸੋ ਇਹ ਤੁਸੀਂ ਇਦਾਂ ਸ਼ੁਰੂ ਕਰ ਸਕਦੇ ਹੋ। I would like to invite you to join me for my birthday party on Saturday, June 13, 2020 at 7 p.m. ਮੈਂ ਤੁਹਾਨੂੰ ਆਪਣੇ ਬਰਥਡੇ ਪਾਰਟੀ ਤੇ, ਜੋ ਕਿ ਸ਼ਨੀਵਾਰ 13 ਜੂਨ 2020 7 ਵਜੇ ਰੱਖੀ ਗਈ ਹੈ, ਉਸ ਪਾਰਟੀ ਤੇ ਤੁਹਾਨੂੰ ਬੁਲਾ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। The party would be at my home. ਪਾਰਟੀ ਮੇਰੇ ਘਰ ਹੋਵੇਗੀ and it would be an informal gathering. ਅਤੇ ਇਹ ਇੱਕ ਅਣਰਸਮੀ ਇਕੱਠ ਹੋਏਗਾ, ਕਿਸੇ ਫਾਰਮੈਲਿਟੀ ਵਿੱਚ ਤੁਸੀਂ ਨਹੀਂ ਪੈਣਾ। I hope, ਮੈਂ ਉਮੀਦ ਕਰਦਾ ਹਾਂ, you would be able, ਤੁਸੀਂ ਇਸ ਯੋਗ ਹੋਵੋਗੇ, to make it convenient, ਕਿ ਮੈਨੂੰ ਪਤਾ ਹੈ ਕਿ ਤੁਸੀਂ ਬਿਜ਼ੀ ਹੋ, ਟਾਈਮ ਕੱਢ ਕੇ ਆਣਾ ਔਖਾ ਹੁੰਦਾ ਹੈ, ਪਰ ਮੈਨੂੰ ਪਤਾ ਹੈ ਕਿ ਤੁਸੀਂ ਇਸ ਯੋਗ ਹੋਵੋਗੇ ਕਿ ਇਸ ਪਾਰਟੀ ਨੂੰ ਅਟੈਂਡ ਕਰਨ ਲਈ ਆਪਣੇ ਆਪ ਨੂੰ ਕਨਵੀਨੀਅੰਟ ਕਰੋਗੇ, ਭਾਵ ਆਪਣੇ ਆਪ ਨੂੰ ਸੌਖਾ ਕਰੋਗੇ ਇਹ ਸਾਰੀ ਰੂਟੀਨ ਮੈਨੇਜ ਕਰਕੇ। ਟੂ ਅਟੈਂਡ ਦਾ ਪਾਰਟੀ, ਇਸ ਪਾਰਟੀ ਨੂੰ ਅਟੈਂਡ ਕਰਨ ਲਈ। ਸੋ ਪੂਰੀ ਲਾਈਨ ਦੀ ਪੰਜਾਬੀ ਇਦਾਂ ਹੋ ਜਾਏਗੀ, ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਆਪ ਨੂੰ ਇਸ ਯੋਗ ਬਣਾਓਗੇ ਤਾਂ ਕਿ ਤੁਹਾਨੂੰ ਇਹ ਪਾਰਟੀ ਅਟੈਂਡ ਕਰਨੀ ਸੌਖੀ ਹੋ ਜਾਵੇ। Looking forward to meeting you, ਤੁਹਾਨੂੰ ਮਿਲਣ ਦੀ ਤਾਂਘ ਵਿੱਚ। With best wishes, yours sincerely ਜਾਂ your friend, ਠੀਕ ਹੈ, ਕੁਝ ਵੀ ਤੁਸੀਂ ਲਿਖ ਸਕਦੇ ਹੋ। ਨੀਚੇ ਆਪਣਾ ਨਾਮ। ਅਗਲਾ ਤਰੀਕਾ, ਸੋ ਇਹਨੂੰ ਤੁਸੀਂ ਹੋਰ ਇਨਫੋਰਮਲ ਕਰ ਸਕਦੇ ਹੋ। ਤੁਸੀਂ ਲਿਖ ਸਕਦੇ ਹੋ ਉਸੇ ਤਰ੍ਹਾਂ ਹੀ ਪਹਿਲਾਂ ਆਪਣਾ ਐਡਰੈਸ, ਡੇਟ, ਫਿਰ ਮਾਈ ਡੀਅਰ ਰਾਜ, ਹਾਊ ਆਰ ਯੂ,
I am fine. Hoping यानी मैं उम्मीद कर रहा हाँ. This letter will find you hale and hearty. ਇਹ ਲੈਟਰ ਤੁਹਾਨੂੰ ਸਿਹਤਮੰਦ ਪਾਏਗੀ. I am very much glad. ਮੈਂ ਬਹੁਤ ਖੁਸ਼ ਹਾਂ. To inform you. ਤੁਹਾਨੂੰ ਦੱਸ ਕੇ that my birthday falls on June 13. ਕਿ ਮੇਰਾ ਬਰਥਡੇ 13 ਜੂਨ ਨੂੰ ਆਂਦਾ ਹੈ ਐਂਡ ਆਮ ਗੋਇੰਗ ਟੂ ਸੈਲੀਬ੍ਰੇਟ ਅਤੇ ਮੈਂ ਇਸ ਨੂੰ ਮਨਾਉਣ ਜਾ ਰਿਹਾ ਹਾਂ ਐਟ ਹੋਮ ਆਪਣੇ ਘਰ ਵਿੱਚ ਹੀ. ਆਈ ਹੈਵ ਇਨਵਾਈਟਡ ਮੈਂ ਬੁਲਾ ਚੁੱਕਾ ਹਾਂ ਆਲਮੋਸਟ ਆਲ ਫਰੈਂਡਸ ਲਗਭਗ ਸਾਰੇ ਦੋਸਤਾਂ ਨੂੰ whom you know very well ਜਿਨ੍ਹਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ. therefore ਇਸ ਕਰਕੇ I hope ਮੈਂ ਉਮੀਦ ਕਰਦਾ ਹਾਂ you will come ਤੁਸੀਂ ਆਓਗੇ ਟੂ ਜੁਆਇਨ ਸ਼ਾਮਲ ਹੋਣ ਲਈ. ਕਿੱਥੇ ਸ਼ਾਮਲ ਹੋਣ ਲਈ? ਮਾਈ ਬਰਥਡੇ ਪਾਰਟੀ ਮੇਰੀ ਬਰਥਡੇ ਪਾਰਟੀ ਵਿੱਚ. ਓਕੇ ਸੋ ਇਹਨਾਂ ਸਾਰੀਆਂ ਲਾਈਨਸ ਵਿੱਚੋਂ ਜਿਹੜੀ ਵੀ ਲਾਈਨ ਤੁਹਾਨੂੰ ਈਜ਼ੀ ਟੂ ਲਰਨ ਲੱਗਦੀ ਹੈ ਤੁਸੀਂ ਉਹ ਤੋਂ ਪਿਕ ਕਰਕੇ ਯਾਦ ਕਰ ਸਕਦੇ ਹੋ. ਓਕੇ ਨੈਕਸਟ ਵੇ ਆਪਾਂ ਕਰਦੇ ਹਾਂ ਉਸੇ ਤਰ੍ਹਾਂ ਹੀ ਪਹਿਲਾਂ ਐਡਰੈਸ ਡੇਟ ਮਾਈ ਡੀਅਰ ਰਾਜ. You will be glad to know that my birthday falls on 15th March. ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੇਰਾ ਜਨਮ ਦਿਨ 15 ਮਾਰਚ ਨੂੰ ਆਂਦਾ ਹੈ. There will be a tea party. ਚਾਹ ਦੀ ਪਾਰਟੀ ਹੋਏਗੀ. There will also be a program of dance and music. ਡਾਂਸ ਅਤੇ ਮਿਊਜ਼ਿਕ ਦਾ ਪ੍ਰੋਗਰਾਮ ਵੀ ਹੋਏਗਾ. It will be an evening of great fun. ਇਹ ਸ਼ਾਮ ਬਹੁਤ ਹੀ ਮਸਤੀ ਵਾਲੀ ਹੋਏਗੀ. Our common friends ਸਾਡੇ ਸਾਂਝੇ ਦੋਸਤ ਮਿਨੀ ਐਂਡ ਮੋਹਨ ਆਰ ਆਲਸੋ ਕਮਿੰਗ. ਮਿਨੀ ਅਤੇ ਮੋਹਨ ਵੀ ਆ ਰਹੇ ਹਨ. You will enjoy their company. ਤੁਸੀਂ ਉਹਨਾਂ ਦੀ ਕੰਪਨੀ ਇੰਜੋਏ ਕਰੋਗੇ. I hope you will join the celebrations. ਮੈਨੂੰ ਉਮੀਦ ਹੈ ਕਿ ਤੂੰ ਇਹਨਾਂ ਸੈਲੀਬ੍ਰੇਸ਼ਨਸ ਵਿੱਚ ਜ਼ਰੂਰ ਸ਼ਾਮਿਲ ਹੋਵੇਂਗਾ. I shall eagerly await your arrival. ਮੈਂ ਉਤਸੁਕਤਾ ਦੇ ਨਾਲ ਤੁਹਾਡੇ ਆਉਣ ਦੀ ਉਡੀਕ ਕਰਾਂਗਾ. Yours sincerely ਰਵਿੰਦਰ. ਸੋ ਇਹ ਸੀ ਕੁਝ ਪੈਟਰਨ. ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਤੁਹਾਨੂੰ ਈਜ਼ੀ ਟੂ ਲਰਨ ਲੱਗਦਾ ਹੈ ਜੋ ਵੀ ਤੁਹਾਨੂੰ ਯਾਦ ਕਰਨਾ ਸੌਖਾ ਲੱਗਦਾ ਹੈ ਉਹ ਵਾਲੀਆਂ ਲਾਈਨਾਂ ਪਿਕ ਕਰਕੇ ਇਸ ਨੂੰ ਕਸਟਮਾਈਜ਼ ਕਰ ਸਕਦੇ ਹੋ. ਕਸਟਮਾਈਜ਼ ਹੁੰਦਾ ਆਪਣੇ ਹਿਸਾਬ ਨਾਲ ਆਪਣੀ ਲੋੜ ਦੇ ਹਿਸਾਬ ਨਾਲ अपनी चीज़ आप तैयार करनी. ठीक. सो आई होप कि वीडियो देखते देखते ये लेटर थोड़ी ज़रूर तैयार होगी होगी. Activity 13. The teacher will read the story to the students again. Listen to the story carefully. ਹੁਣ ਟੀਚਰ ਦੁਬਾਰਾ ਸਟੋਰੀ ਸੁਣਾਏਗਾ. ਹੁਣ ਤੁਸੀਂ ਸਟੋਰੀ ਜਿਹੜੀ ਹੈ ਧਿਆਨ ਨਾਲ ਸੁਣਨੀ ਹੈ. ਹੁਣ ਨੀਚੇ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਸਟੇਟਮੈਂਟਸ ਹੁੰਦੇ ਨੇ ਬਿਆਨ ਵਾਕ. ਉਹ ਦੱਸਣੇ ਨੇ ਕਿ ਇਹ ਠੀਕ ਹਨ ਟਰੂ ਹਨ ਕਿ ਫਾਲਸ ਜਾਂ ਗਲਤ ਹਨ. First, the tree loved the little boy. True. The tree liked the boy to swing from the branches of the tree. True. The tree became sad whenever the boy came back. ਜਦੋਂ boy ਵਾਪਸ ਆਂਦਾ ਸੀ tree sad ਹੁੰਦਾ ਸੀ. False. Fourth, the tree gave the boy a lot of money. False. The tree asked the boy to cut off her branches to make a house. True. The boy wanted a ship to go to another city. False. ਉਹ ship ਨਹੀਂ ਚਾਹੁੰਦਾ ਸੀ ਉਹ ਕੀ ਚਾਹੁੰਦਾ ਸੀ boat ਚਾਹੁੰਦਾ ਸੀ. Seventh, the tree allowed the boy to cut down her trunk. True. At last, ਅਖੀਰ ਵਿੱਚ the boy wanted a quiet place to sit and rest. True. The tree refused the boy from sitting on her old stump. ਟਰੀ ਨੇ ਰਿਫਿਊਜ਼ ਕਰਤਾ ਸੀ ਮਨਾ ਕਰ ਦਿੱਤਾ ਸੀ ਉਹਨੂੰ ਆਪਣੇ ਮੁੱਢ ਤੇ ਬਿਠਾਉਣ ਲਈ. ਫਾਲਸ. 10th, the story shows that the boy is selfish. True. ਸੈਲਫਿਸ਼ ਕੀ ਹੁੰਦਾ ਮਤਲਬੀ ਕਿ ਜਦੋਂ ਵੀ ਬॉय ਨੂੰ ਟਰੀ ਦੇ ਨਾਲ ਕੋਈ ਮਤਲਬ ਹੁੰਦਾ ਸੀ ਉਦੋਂ ਆਂਦਾ ਸੀ. ਛੋਟੇ ਹੁੰਦਿਆਂ ਖੇਡਣ ਲਈ ਆਂਦਾ ਸੀ. ਵੱਡੇ ਹੋ ਕੇ ਪੈਸੇ ਕਮਾਉਣ ਲਈ ਆਇਆ. ਉਸ ਤੋਂ ਬਾਅਦ ਵਿਆਹ ਕਰਾਉਣ ਲਈ ਫਿਰ ਆਪਣਾ ਘਰ ਬਣਾਉਣ ਲਈ ਤੇ ਫਿਰ ਦੂਜੀ ਜਗ੍ਹਾ ਤੇ ਜਾਣ ਲਈ ਹਨਾ ਬੋਟ ਲੈਣ ਲਈ ਫਿਰ ਅਖੀਰ ਤੇ ਇੱਕ ਸ਼ਾਂਤ ਜਗ੍ਹਾ ਜਿੱਥੇ ਆਰਾਮ ਨਾਲ ਬੈਠ ਸਕੇ ਉਸ ਮਤਲਬ ਲਈ ਆਇਆ ਸੀ. ਠੀਕ. ਯਾਨੀ ਟਰੀ ਨੂੰ ਮਿਲਣੋਂ ਕਦੇ ਵੀ ਨਹੀਂ ਆਇਆ. ਓਕੇ. ਐਕਟੀਵਿਟੀ 13 ਰੋਲ ਪਲੇ. ਰੋਲ ਪਲੇ ਦਾ ਮਤਲਬ ਹੁੰਦਾ ਕਿ ਤੁਸੀਂ ਕਿਸੇ ਨਾ ਕਿਸੇ ਪਾਤਰ ਦਾ ਰੋਲ ਪਲੇ ਕਰੋਗੇ. ਕੋਈ ਟਰੀ ਬਣ ਜਾਏਗਾ ਕੋਈ ਬॉय ਬਣ ਜਾਏਗਾ ਕੋਈ ਕੁਝ ਓਕੇ. ਸੋ ਇਹਦੇ 'ਚ ਕੀ ਹੈ ਤੁਸੀਂ ਐਕਟਿੰਗ ਕਰ ਸਕਦੇ ਹੋ.
ਪ੍ਰੈਕਟਿਸ ਸਪੀਕਿੰਗ ਦਾ ਫੋਲੋਇੰਗ ਲਾਈਨਸ ਵਿਦ ਯੂਅਰ ਪਾਰਟਨਰ। ਸੋ ਇਹ ਜਿਹੜੀਆਂ ਨੀਚੇ ਲਿਖੀਆਂ ਹੋਈਆਂ ਲਾਈਨਸ ਹੈ ਇਹਦੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਆਪਣੇ ਪਾਰਟਨਰ ਦੇ ਨਾਲ। ਵਨ ਆਫ ਯੂ ਵਿਲ ਬਿਕਮ ਦ ਟਰੀ, ਤੁਹਾਡੇ ਵਿੱਚੋਂ ਇੱਕ ਟਰੀ ਬਣੇਗਾ, ਐਂਡ ਵਨ ਵਿਲ ਬਿਕਮ ਦ ਬॉय, ਇੱਕ ਬॉय ਬਣ ਜਾਏਗਾ। ਆਫਟਰ ਪ੍ਰੈਕਟਿਸ ਤੋਂ ਬਾਅਦ all the pairs will speak in front of the class, ਸਾਰੇ ਜਿਹੜੇ ਪੇਅਰ ਬਣੇ ਹੋਣਗੇ ਉਹ ਕਲਾਸ ਦੇ ਸਾਹਮਣੇ ਬੋਲਣਗੇ। ਕਿਹੜੀਆਂ ਲਾਈਨਾਂ? ਜਿਹੜਾ ਟਰੀ ਬਣੇਗਾ ਉਹ ਬੋਲੇਗਾ come boy come, climb up my trunk, swing from my branches, eat apples and be happy। आओ लड़के आओ मेरे तने ते चढ़ जाओ, मेरियां टाहनियां ते झूलो, मेरे एप्पल्स खाओ ते मौज उड़ाओ। ओके, जेड़ा बॉय बनेगा वो की कहेगा आई एम टू बिग टू क्लाइंब एंड प्ले, कि मैं बहुत वड्डा हाँ इत्थे चढ़न लई ते खेडन लई। I want some money to buy things and have fun, can you give me some money? ओके, ये लाइना तुसी रोल प्ले च बोल सकते हो। फिर ट्री की जवाब देगा I have no money but you can take my apples and sell them in the city, then you will have some money and you will be happy। फिर ट्री की बोलेगा come boy come, climb up my trunk, swing from my branches, eat apples and be happy। दोबारा फिर बॉय की कहेगा I am too busy to climb trees, I want to get married, I need a house, can you give me a house? Okay, फिर जो ट्री बने होगा की जवाब देगा you may cut off my branches, build a house and be happy। ਤੂੰ ਮੇਰੀਆਂ ਬ੍ਰਾਂਚਿਸ ਕੱਟ ਸਕਦਾ ਹੈ, ਹਾਊਸ ਬਣਾ ਸਕਦਾ ਹੈ ਅਤੇ ਖੁਸ਼ ਰਹਿ। ਸੋ ਡੀਅਰ ਸਟੂਡੈਂਟਸ, ਆਈ ਹੋਪ ਕਿ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ। ਤੇ ਕਈ ਵਾਰ ਕੀ ਹੁੰਦਾ ਕਿ ਅਸੀਂ ਜਦੋਂ ਕੋਈ ਚੀਜ਼ ਇੱਕ ਵਾਰ ਦੇਖਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ, ਸਾਨੂੰ ਨਹੀਂ ਸਮਝ ਆਉਂਦੀ, ਬਾਰ-ਬਾਰ ਪੜ੍ਹਨਾ ਪੈਂਦਾ ਹੈ। ਹੋ ਸਕਦਾ ਇੱਕ ਵਾਰ ਪੜ੍ਹਨ ਨਾਲ 50% ਸਮਝ ਆ ਜਾਏ, ਅਗਲੀ ਵਾਰ ਪੜ੍ਹਨ ਨਾਲ 70 ਆ ਜਾਏ, ਉਸ ਤੋਂ ਅਗਲੀ ਵਾਰ ਪੜ੍ਹਨ ਨਾਲ 90% ਆ ਜਾਏ। ਸੋ ਸਾਰੀ ਉਮਰ ਜਦੋਂ ਅਸੀਂ ਪੜ੍ਹਦੇ ਰਹਿੰਦੇ ਹਾਂ ਤੇ ਕੁਝ ਨਾ ਕੁਝ ਸਾਨੂੰ ਉਹਨਾਂ ਚੀਜ਼ਾਂ ਚੋਂ ਸਿੱਖਣ ਨੂੰ ਮਿਲਦਾ ਰਹਿੰਦਾ ਹੈ। ਈਵਨ ਅਸੀਂ ਵੀ ਜਦੋਂ ਕੋਈ ਚੀਜ਼ ਪੜ੍ਹਦੇ ਹਾਂ ਸਾਨੂੰ ਉਹਦੇ ਚੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਸੋ ਥੈਂਕ ਯੂ ਵੈਰੀ ਮੱਚ, ਤੁਸੀਂ ਇੰਨਾ ਧਿਆਨ ਨਾਲ ਸੁਣਿਆ ਤੇ ਮੈਂ ਹੋਪ ਕਰਦਾ ਹਾਂ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ। ਸੋ ਮਿਲਦੇ ਹਾਂ ਅਗਲੀ ਵੀਡੀਓ 'ਚ। ਮੈਂ ਪਰਮਜੋਤ ਸਿੰਘ।